तगड़ा वही 11 पीर बस्ती शेख खड्डे दे जैन सा मतलब जैतम ਕੰਮ ਟੋਟਲ ਨਹੀਂ ਦਿੰਦੇ ਪਏ ਇੰਨਾ ਪਰੇਸ਼ਾਨ ਕੀਤਾ ਤਾਂ ਕੱਲੀ ਨੂੰ। नमस्कार दोस्तों, तस्वीरां जलंधर टाइम्स टीवी ते लाइव साझा कर रहे हैं। इस समय जैता महला जलंधर दे विचों जिथे कि एक जमीनी विवाद दे चलदियां घर दे विच जिहड़ी है एक पड़ोसी वालों जिहड़ी है एक महिला दे उपर जिहड़ी है कुटमार कीती जाती है। सो उस दे नाल तस्वीरां तुहाडे नाल लाइव साझे कर रहे हैं। तो दस दी कि एक घर बन रहा है, पिछले 40 साल पुराना एक घर है बस्ती शेख दे विच ਤੇ ਜਿੱਥੇ ਕਿ ਇਹ ਹੁਣ ਮਕਾਨ ਜਦੋਂ ਬਣਾਇਆ ਜਾਂਦਾ ਹੈ, ਸੋ ਜਿੱਥੇ ਕਿ ਇਹ ਦੀਵਾਰ ਚੱਕੀ ਗਈ ਸੀ, ਸੋ ਉਸ ਦੀਵਾਰ ਨੂੰ ਜਿਹੜੀ ਹੈ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ ਜਿਹੜੀ ਹੈ ਕਿਹਾ ਜਾ ਰਿਹਾ ਹੈ ਕਿ ਪਿੱਛੇ ਕੀਤਾ ਜਾਵੇ। ਸੋ ਪੜੋਸੀਆਂ ਦੇ ਲਗਾਤਾਰ ਆਰੋਪ ਲਗਾਏ ਜਾ ਰਹੇ ਨੇ ਕਿ ਜਿਹੜੀ ਇਹ ਦੀਵਾਰ ਹੈ ਇਹ ਬਿਲਕੁਲ ਨਜਾਇਜ਼ ਹੈ ਔਰ ਜਿਹੜੀ ਇਹ ਦੀਵਾਰ ਨੂੰ ਜਿਹੜਾ ਪਿੱਛੇ ਕੀਤਾ ਜਾਵੇ। ਲੇਕਿਨ ਜੋ ਕਾਗਜ਼ ਕਹਿੰਦੇ ਨੇ ਬਿਲਕੁਲ ਇਹ ਇਸੇ ਮਾਲਕਾਂ ਦੀ ਜਿਹੜੀ ਹੈ ਦੀਵਾਰ ਹੈ। ਸੋ ਇਹ ਮਕਾਨ ਬਣ ਰਿਹਾ। ਤੇ ਫਿਲਹਾਲ ਦੱਸਦੇ ਕਿ ਜਿਹੜੀ ਖਬਰ ਸਾਹਮਣੇ ਆ ਰਹੀ ਹੈ, ਸੋ ਇਸ ਖਬਰ ਦੇ ਦੱਸਦੇ ਕਿ ਮਹਿਲਾ ਦੇ ਉੱਪਰ ਜਿਹੜੀ ਹੈ ਇੱਕ ਆਰੋਪ ਮਹਿਲਾ ਵੱਲੋਂ ਲਗਾਏ ਜਾ ਰਹੇ ਨੇ ਕਿ ਪੱਥਰਾਂ ਦੇ ਨਾਲ ਜਿਹੜੀਆਂ ਇੱਟਾਂ ਵਗੈਰਾ ਮਾਰੀਆਂ ਗਈਆਂ ਨੇ ਮੁਹੱਲੇ ਦੇ ਵਿੱਚ। ਸੋ ਮਹਿਲਾ ਵੱਲੋਂ ਆਰੋਪ ਲਗਾਇਆ ਜਾ ਰਿਹਾ। ਪੁਲਿਸ ਨੂੰ ਕੰਪਲੇਂਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਕੁਝ ਹੀ ਸਮੇਂ ਦੇ ਵਿੱਚ ਪੁਲਿਸ ਜਿਹੜੀ ਮੌਕੇ 'ਤੇ ਪਹੁੰਚੇਗੀ। ਬਸਤੀ ਸ਼ੇਖ ਦਾ ਏਰੀਆ ਜੈਤਾ ਮੁਹੱਲਾ ਜਿੱਥੇ ਕਿ ਇਹ ਸਾਰੀ ਵਾਰਦਾਤ ਜਿਹੜੀ ਹੋਈ ਹੈ। ਇਹ ਲਾਈਵ ਤਸਵੀਰਾਂ ਜਲੰਧਰ ਟਾਈਮਸ ਟੀਵੀ ਦੇ ਉੱਪਰ ਦੇਖ ਰਹੇ ਹੋ। ਤੁਸੀਂ ਦੇਖ ਸਕਦੇ ਹੋ ਮੁਹੱਲੇ ਦੇ ਵਿੱਚ ਇੱਟਾਂ ਦੂਰ ਤੱਕ ਤੁਸੀਂ ਦੇਖ ਰਹੇ ਹੋ ਕਿ ਇੱਟਾਂ ਚੱਲੀਆਂ ਨੇ ਇੱਥੇ। ਸੋ ਇੱਕ ਪਰਿਵਾਰ ਦੇ ਉੱਪਰ ਜਿਹੜੇ ਆਰੋਪ ਨੇ ਕਿ ਉਹਨਾਂ ਵੱਲੋਂ ਜਿਹੜੀ ਹੈ ਪੁਰਸ਼ਾਂ ਦੇ ਜਿਹੜੀਆਂ ਔਰਤਾਂ ਨੇ ਉਹਨਾਂ ਵੱਲੋਂ ਜਿਹੜੀਆਂ ਨੇ ਇੱਟਾਂ ਚਲਾਈਆਂ ਗਈਆਂ। ਸੋ ਫਿਲਹਾਲ ਪੀੜਤਾਂ ਨਾਲ ਗੱਲ ਕਰਾਂਗੇ ਕਿ ਕੀ ਹੋਈ ਹੈ ਗੱਲਬਾਤ, ਕਿਸ ਗੱਲ ਕਰਕੇ ਜਿਹੜੀ ਸਾਰੀ ਹੈ ਇਹ ਲੜਾਈ ਸੀ। ਪਾਪਾ ਜੀ ਕੀ ਨਾਮ ਕੀ ਹੈ ਜੀ? मेरा स्वर्ण सिंह मल्ली उस्ताद स्वर्ण सिंह ਕੀ ਗੱਲਬਾਤ ਕੀ ਹੋਈ ਹੈ? है जी। ਕੀ ਮਾਮਲਾ ਕੀ ਹੋਇਆ ਸਰ? मामले में उन्होंने कहा मकान बनाने को बना नहीं देंगे। ਠੀਕ ਹੈ ਜੀ, ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਨੂੰ? मैंने सन 47 तो मैं रह रहा। ਠੀਕ ਹੈ ਜੀ, ਕੀ ਕਹਿੰਦੇ ਕੀ ਨੇ ਤੁਹਾਨੂੰ? ਤੁਸੀਂ ਮਕਾਨ ਬਣਾ ਰਹੇ ਹੁਣ ਕੀ ਹੋਈ ਕੀ ਗੱਲ? मेरे नाल कोई उन्होंने जिहड़े मकान बना रहे उन्होंने नाल गल हुई है। ਠੀਕ ਹੈ ਜੀ, हाँ जी। ਨਹੀਂ ਕੀ ਗੱਲ ਕੀ ਹੋਈ ਜਾਣੀ ਇਹ ਦੱਸੋਗੇ ਸਰ? वो कहते बनाना, वो कहते बना नहीं देना। बस ਕਿਉਂ ਨਹੀਂ ਬਣਾਉਂਦੇ ਨੇ? ਕੋਈ ये ਗੱਲਬਾਤ तो ਦੱਸੋ। बाहर उन्होंने पूछो। ਨਹੀਂ ਬਾਬਾ ਜੀ ਮਤਲਬ ਮੀਡੀਆ ਨੂੰ ਦੱਸਣਾ ਵੀ ਇਹਨਾਂ ਨੇ ਕੀ ਸਹੀ ਕੀਤਾ ਇਹ ਜਿਹੜੀ ਪੁਰਾਣੀ ਕੰਧ ਸੀ ਨਾ ਜਿੱਥੇ ਢਾਈ ਸੀ ਉਹਨਾਂ ਨੇ ਉਹ ਤੁਹਾਨੂੰ ਟੁੱਟੀ ਹੈ। ਠੀਕ ਹੈ ਉਹਨਾਂ ਕੋਲ ਅੱਗੇ ਪਿੱਛੇ ਨਹੀਂ ਕੀਤੀ। ਜਿੱਥੇ ਨੇ ਪੁਰਾਣੀ ਕੰਧ सन 47 ਇਹ ਘੱਟੋ ਘੱਟ ਨਹੀਂ 50 ਸਾਲ ਤੇ ਮੈਨੂੰ ਦੇਖਦੇ ਆ ਚੱਲੇ ਆ। ਠੀਕ ਹੈ ਜੀ। ਸਾਰਾ ਮਹੱਲਾ ਜਾਂਦਾ ਰਿਹਾ ਵਾ। ਕੋਈ ਇਦਾਂ ਦੀ ਅਸੀਂ ਕੋਈ ਬਾਹਰਲੀ ਜਗ੍ਹਾ ਨਹੀਂ ਲਈ, ਕੋਈ ਕੁਛ ਨਹੀਂ ਲਿਆ ਹੈਗਾ। ਜਿਹੜੀ ਜਗ੍ਹਾ ਆਪਾਂ 2.5 ਮੱਲੇ ਸਾਰੀ ਜਗ੍ਹਾ ਵਾ ਉਹੀ ਜਗ੍ਹਾ ਤੇ ਆਪਾਂ ਕਰਦੇ ਪਏ ਹੈਗੇ ਆ। ਉਹ ਵੀ ਤਿੰਨੇ, ਮੈਂ ਇਕੱਲੀ ਗੱਲ ਕਰਨ ਜਾਂਦੀ, ਤਿੰਨੇ ਜਣੇ ਪੈ ਜਾਂਦੇ ਮੈਨੂੰ। 2-3 ਵਜੇ ਕੱਢ ਕੇ ਧੱਕਾ ਮਾਰਿਆ ਤਾਂ ਇਹ ਕੁੜੀ ਨਾ ਹੁੰਦੀ ਨਾ ਪੂਰੇ ਪਰਿਵਾਰ। ਤੁਹਾਡਾ ਨਾਮ ਕੀ ਹੈ? ਸੋਨੀਆ ਨਾਮ ਹੈ ਮੇਰਾ। ਸੋਨੀ ਜੀ, ਕੀ ਹੋਇਆ ਕਿ ਅੱਜ ਕੀ ਮਾਮਲਾ ਹੋਇਆ ਸਰ? ਅੱਜ ਮਾਮਲਾ ਇਹੀ ਹੈਗਾ ਵਾ, ਮੈਂ ਮਕਾਨ ਬਣਾਉਣੀ ਪਈ ਹਾਂ, ਬਣਾਉਣਾ ਸ਼ੁਰੂ ਕੀਤਾ ਵਾ। ਮੈਂ ਕੰਧ ਦੀ ਸ਼ੁਰੂ ਕਹਿੰਦੇ ਸਾਡੀ ਕੰਧ ਅਲੱਗ ਹੈਗੀ, ਸਾਡੀ ਆ। ਤੂੰ ਆਪਣੀ ਅੰਦਰੋਂ ਵੱਖਰੀ ਕੰਧ ਚੁੱਕ। ਅੰਦਰੋਂ ਕਿੱਦਾਂ ਮੈਂ ਕੰਧ ਚੁੱਕਾਂਗੀ? ਜਿਹੜੀ ਕੰਧ ਸਾਡੀ ਹੈ ਅੱਗੋਂ ਮੈਨੂੰ ਕਹੀ ਜਾਂਦੇ 40 ਸਾਲ ਪੁਰਾਣੀ ਕੰਧ, 40 ਸਾਲ ਹੋ ਚੱਲੇ ਮਕਾਨ ਬਣੇ ਨੂੰ, ਤੂੰ ਕਿਉਂ ਢਾਇਆ ਮਕਾਨ? ਕਹਿੰਦੇ ਮੈਂ ਆਪਣੀ ਚੀਜ਼ ਢਾਣੀ, ਜੇ ਕੋਈ ਚੀਜ਼ ਖਰਾਬ ਹੈ ਠੀਕ ਤਾਂ ਕਰਨੀ ਨਾ ਆਪਾਂ। ਤੇਰੇ ਨੂੰ ਪੁੱਛ ਕੇ ਥੋੜੀ ਮੈਂ ਕੁਝ ਕਰੂੰਗੀ ਕਿ ਮੈਂ ਕਿਉਂ ਢਾਉਂਦੀ ਪਈ ਹਾਂ। ਅੱਜ ਕੀ ਹੋਇਆ ਤੁਹਾਡੇ? ਅੱਜ ਦੱਸੋ ਕੀ ਹੋਇਆ? ਅੱਜ ਕੰਧ ਨਹੀਂ ਖੜੀ ਕਰਨ ਦਿੰਦੇ ਪਏ ਹੈਗੇ। ਠੀਕ ਹੈ, ਜਿਵੇਂ ਕਿ ਤੁਸੀਂ ਪਹਿਲਾਂ ਆਰੋਪ ਲਗਾਏ ਹੈ। 3 ਜਣੇ ਹੈਗੇ, ਤਿੰਨੇ ਭਰਾ ਹੈਗੇ ਆ ਵਕਤ। ਤੁਸੀਂ ਪਹਿਲਾਂ ਕਿਹਾ ਕਿ ਤੁਹਾਡੇ ਨਾਲ ਹੱਥ ਚਲਾਕੀ ਕੀਤੀ ਗਈ, ਆਰੋਪ ਤੁਹਾਡੇ ਵੱਲੋਂ ਲਗਾਏ ਜਾ ਰਹੇ ਨੇ। ਇੱਟਾਂ ਤੁਸੀਂ ਸਾਨੂੰ ਦਿਖਾਈਆਂ ਨੇ ਕਿ ਇੱਟਾਂ ਚਲਾਈਆਂ ਨੇ। ਸੋ ਅੱਜ ਇਹ ਵਾਰਦਾਤ ਹੋਈ ਹੈ। ਮੈਂ ਉੱਥੇ ਗਈ ਹਾਂ, ਮੈਨੂੰ ਧੱਕਾ ਦੇ ਕੇ ਤੇ ਸਿੱਟਿਆ। ਮੇਰਾ ਬੱਚਾ ਡਿੱਗ ਜਾਂਦਾ, ਕੁਝ ਹੋ ਜਾਂਦਾ, ਕੌਣ ਜ਼ਿੰਮੇਵਾਰ ਹੈਗਾ ਵਾ? ਮੇਰਾ ਕੋਈ ਨਹੀਂ ਹੈਗਾ ਸਾਡਾ ਨਾਲ ਸਾਥ ਦੇਣ ਵਾਲਾ। ਸੋ ਦੇਖ ਸਕਦੇ ਹੋ ਇਸ ਸਮੇਂ ਤਸਵੀਰਾਂ ਜਿਹੜੀਆਂ ਨੇ ਮੁਹੱਲੇ ਦੇ ਵਿੱਚੋਂ। ਜਿਵੇਂ ਫੜ ਕੇ ਬਤਾ ਫੜ ਚੱਕਿਆ ਮੈਨੂੰ ਕੁੜੀ ਵਾਲੀ, ਉਹਨੇ ਰੁਕਿਆ। ਕੀ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਗੋਗੋ ਹੈ ਜੀ। ਨਹੀਂ ਇਦਾਂ ਨਹੀਂ ਕਰਨਾ, ਗਲਤ ਕਰਦੇ ਪਏ ਹੈਗੇ। ਆਰਾਮ ਨਾਲ ਗੱਲ ਕਰੋ। ਕੀ ਹੋਇਆ ਕੀ ਅੱਜ? ਸਰ ਮੈਂ ਇਸ ਮਹੱਲੇ 'ਚ ਪ੍ਰਧਾਨ ਹਾਂ ਬਤੌਰ। ਇਹਨਾਂ ਦੀ 40-35 ਸਾਲ ਪੁਰਾਣੀ ਕੰਧ ਵਾ। ਐਜ਼ ਇਟ ਇਜ਼ ਇਹਨਾਂ ਨੇ ਜਿੱਦਾਂ ਢਾਈ ਉੱਦਾਂ ਹੀ ਬਣਾਉਣੀ ਰਾਈਟ ਬਣਦਾ ਵਾ। ਔਰ ਇਹ 3 ਦਿਨ ਤੋਂ ਇਹਨਾਂ ਨੂੰ ਇਕੱਲਿਆਂ ਨੂੰ ਜਾਣ ਕੇ ਇੰਨਾ ਟੌਰਚਰ ਕਰਦੀ ਪਈ ਸਾਰੀ ਫੈਮਿਲੀ। ਔਰ ਇਹਨਾਂ ਤਿੰਨਾਂ ਭਰਾਵਾਂ ਦੀ ਵੀ ਆਪਸ 'ਚ ਨਹੀਂ ਸੀ ਬੰਦੀ। ਅੱਜ ਪਤਾ ਨਹੀਂ ਕਿੱਦਾਂ ਇਕੱਠੇ ਹੋ ਕੇ ਇਹਨਾਂ ਨੇ ਦੇਖਿਆ ਉਹਦੇ ਕੋਲ ਕੋਈ ਨਹੀਂ, ਔਰ ਤਿੰਨਾਂ ਨੇ ਧਾਵਾ ਬੋਲ ਦਿੱਤਾ ਉਹਨਾਂ 'ਤੇ। ਔਰ ਮੈਂ ਇਸ ਗਲੀ ਦੇ ਵਿੱਚ ਐਜ਼ ਅ ਪ੍ਰਧਾਨ ਹੋਣ ਦੇ ਨਾਤੇ ਔਰ ਲੜਕੀ ਹੋਣ ਦੇ ਨਾਤੇ ਮੇਰਾ ਫਰਜ਼ ਸੀ ਮੈਂ ਉਹਨਾਂ ਨੂੰ ਬਚਾਵਾਂ। ਔਰ ਇਹ ਮੇਰੇ ਸਾਰੇ ਭਰਾ ਆਏ ਉਸ ਵਕਤ ਅਸੀਂ ਇਹਨਾਂ ਨੂੰ ਚੱਕਿਆ। ਔਰ ਇਹਨਾਂ ਨੇ ਇੰਨਾ ਵੀ ਤਰਸ ਨਹੀਂ ਖਾਧਾ ਕਿ ਉਹਨਾਂ ਦੇ ਹੱਥ ਦੇ ਵਿੱਚ ਬੱਚਾ ਵਾ। ਔਰ ਸਾਰੇ ਭਰਾਵਾਂ ਦੇ ਉੱਤੇ ਆ ਕੇ ਚਪੇੜਾ ਮਾਰਨ ਦੇ, ਕਈਆਂ ਚੱਕਣ ਦੇ ਆ। ਇਹਨਾਂ ਨੇ ਬਹੁਤ ਹੀ ਬਦਤਮੀਜ਼ੀ ਕੀਤੀ ਹੈ। ਔਰ ਪੂਰਾ ਮਹੱਲਾ ਇਸ ਚੀਜ਼ ਦਾ ਗਵਾਹ, ਮਹੱਲਾ ਪੂਰਾ ਖੜਾ ਸੀਗਾ ਜੀ। ਕੋਈ ਪੁਲਿਸ ਨੂੰ ਕੰਪਲੇਂਟ ਵਗੈਰਾ ਕੀਤੀ ਹੈ? ਕੰਪਲੇਂਟ ਸਰ ਸਾਰੇ ਗਏ, ਆਪਾਂ ਫੋਨ ਕੀਤੇ ਆ ਉਹਨਾਂ ਨੂੰ 181 ਤੇ। ਠੀਕ ਹੈ, ਤੇ ਪੁਲਿਸ ਦਾ ਕੀ ਕਹਿਣਾ ਹੈ? ਸਰ ਉਹ ਹਲੇ ਤੱਕ ਆਏ ਨਹੀਂ ਆ। ਆਉਂਦੇ ਤਾਂ ਫਿਰ ਪਤਾ ਚੱਲੇਗਾ। ਸ਼ੋਭਾ ਯਾਤਰਾ ਕਰਕੇ ਸ਼ਾਇਦ।
ਸੋ ਫਿਲਹਾਲ ਦੱਸ ਦਈਏ ਕਿ ਆਰੋਪ ਜਿਹੜੇ ਨੇ ਪੜੋਸੀ ਦੇ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਜਿਹੜੀ ਹੈ ਮਾਰਕੀਟ ਕੀਤੀ ਜਾ ਰਹੀ ਹੈ। ਕੰਧ 40 ਸਾਲ ਪੁਰਾਣਾ ਮਕਾਨ ਹੈ, ਉਹ ਅੱਜ ਬਣਾ ਰਹੇ ਨੇ ਤੇ ਉਹਨਾਂ ਨੂੰ ਬਣਾ ਨਹੀਂ ਦਿੱਤਾ ਜਾ ਰਿਹਾ। ਉਸ ਦਾ ਜਿਹੜਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਕੰਧ ਹੈ, ਉਹਨਾਂ ਦਾ ਕਹਿਣਾ ਹੈ ਕਿ ਕੰਧ ਜਿਸ ਜਗ੍ਹਾ ਤੋਂ ਅਸੀਂ ਤੋੜੀ ਹੈ ਅਸੀਂ ਉਸੇ ਜਗ੍ਹਾ ਤੋਂ ਚੱਕਾਂਗੇ, ਲੇਕਿਨ ਪੜੋਸੀ ਜਿਹੜੇ ਇਹਨਾਂ ਨੂੰ ਚੱਕ ਨਹੀਂ ਦੇ ਰਹੇ। ਸੋ ਵਿਵਾਦ ਜਿਹੜਾ ਹੈ ਜਲੰਧਰ ਦੇ ਬਸਤੀ ਸ਼ੇਖ ਜਿਹੜਾ ਜੈਤਾ ਮੁਹੱਲਾ ਉਹਦੇ ਵਿੱਚ ਅੱਜ ਹੋਇਆ, ਜਿੱਥੇ ਕਿ ਇੱਕ ਮਹਿਲਾ ਦੇ ਨਾਲ ਜਿਹੜੀ ਹੈ ਮਾਰਪੀਟ ਦੀ ਜਿਹੜੀ ਗੱਲ ਜਿਹੜੀ ਆਖੀ ਜਾ ਰਹੀ ਹੈ। ਮੁਹੱਲੇ ਦੇ ਲੋਕ ਮੌਕੇ 'ਤੇ ਮੌਜੂਦ ਦੇਖ ਸਕਦੇ ਹੋ, ਇੱਟਾਂ ਦੂਰ ਦੂਰ ਤੱਕ ਜਿਹੜੀਆਂ ਨੇ ਉਹ ਤੁਹਾਨੂੰ ਦੇਖ ਜਾਣਗੇ ਕਿ ਇੱਟਾਂ ਵਗੈਰਾ ਵੀ ਚਲਾਈਆਂ ਗਈਆਂ ਨੇ, ਜਿਵੇਂ ਕਿ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ। ਸੋ ਫਿਲਹਾਲ ਜਿਹੜੀ ਹੈ ਕੰਪਲੇਂਟ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਜਿਹੜੀ ਪੀੜਤਾ ਵੱਲੋਂ। ਸੋ 182 ਤੇ ਕਾਲ ਕੀਤੀ ਗਈ। ਸੋ ਕੁਝ ਹੀ ਸਮੇਂ ਦੇ ਵਿੱਚ ਪੁਲਿਸ ਵੀ ਜਿਹੜੀ ਹੈ ਮੌਕੇ ਦੇ ਉੱਪਰ ਪਹੁੰਚ ਜਾਏਗੀ। ਸੋ ਲਗਾਤਾਰ ਵਿਵਾਦ ਜਿਹੜਾ ਹੈ ਇੱਥੇ ਗਰਮਾਉਂਦਾ ਹੋਇਆ। ਔਰ ਫਿਲਹਾਲ ਦੱਸਦੀ ਕਿ ਦੂਸਰੀ ਪਾਰਟੀ ਜਿਹੜੀ ਪੜੋਸੀ ਨੇ ਜਿਨ੍ਹਾਂ ਵੱਲੋਂ ਜਿਨ੍ਹਾਂ ਦੇ ਉੱਪਰ ਆਰੋਪ ਲੱਗ ਰਹੇ ਨੇ ਕਿ ਜਿਨ੍ਹਾਂ ਵੱਲੋਂ ਜਿਹੜੀ ਹੈ ਇਹ ਮਾਰਪੀਟ ਜਿਹੜੀ ਕੀਤੀ ਗਈ ਹੈ ਜਾਂ ਜਿਹੜੀ ਇੱਟਾਂ ਪੱਥਰ ਵਗੈਰਾ, ਸੋ ਜਿਹੜੀ ਹੈ ਸਰ ਕੀ ਨਾਮ ਹੈ ਆਪਣਾ? ਬਾਦੂ ਜਾਨੀ ਸਰ ਕੀ ਹੋਇਆ, ਕੀ ਮਾਮਲਾ ਜਿਵੇਂ ਕਿ ਬਾਰ-ਬਾਰ ਜਿਹੜੀ ਇੱਕ ਨਹੀਂ, ਮੈਨੂੰ ਪਤਾ ਕੁਛ ਨਹੀਂ ਜੀ, ਮੈਂ ਆਇਆ ਲੇਟ ਆ, ਪਰ ਉਹ ਉਹੀ ਕਹਿੰਦੇ, ਮੈਂ ਕਿਹਾ ਇਹੀ ਫੈਸਲਾ ਕਰ ਲਓ, ਜਿੱਥੇ ਕੰਧ ਲਾਈ ਉੱਥੇ ਚੁੱਕ ਲਓ। ਉਹੀ ਇਹ ਕਿ ਜਿੱਥੇ ਪੁਰਾਣੀ ਕੰਧ ਬਣਦਾ ਤਾਂ ਇਹੀ ਹੈ ਵੀ ਜਿੱਥੇ ਪੁਰਾਣੀ ਕੰਧ ਹੈਗੀ ਉੱਥੇ ਕੰਧ ਚੱਕ ਲਓ। ਉਹ ਨਵੀਂ ਤਾਂ ਹੈ ਨਹੀਂ ਕੋਈ ਹੋਣੀ, ਪੁਰਾਣੀ ਜਗ੍ਹਾ ਪੁਰਾਣੀ ਤੋਂ ਹੈਗੀ ਆ, ਉਹ ਤਾਂ ਕੋਈ ਹੈ ਨਹੀਂ ਜੀ। ਸੋ ਜਿਵੇਂ ਅੱਜ ਕਿਹਾ ਜਾ ਰਿਹਾ ਕਿ ਇਹਨਾਂ ਕੋਲ ਜਿਹੜੀ ਮਾਰਪੀਟ ਵੀ ਕੀਤੀ ਗਈ, ਇੱਟਾਂ ਵਗੈਰਾ ਚਲਾਈਆਂ ਗਈਆਂ ਨੇ, ਉਸ ਦੇ ਬਾਰੇ ਤੁਹਾਡਾ ਕੀ ਕਹਿਣਾ? ਨਹੀਂ ਮੈਨੂੰ ਕੁਛ ਵੀ ਪਤਾ ਨਹੀਂ ਜੀ, ਮੈਂ ਗਲਤ ਨਹੀਂ ਕਹਾਂ। ਠੀਕ ਹੈ, ਕੀ ਹੋਇਆ ਕਿ ਇਹੀ ਤੁਹਾਨੂੰ ਪੁੱਛ ਰਹੇ ਕਿ ਅੱਜ ਹੋਇਆ ਕੀ ਸਾਰੇ? ਭਾਜੀ ਇਹ ਤਿੰਨੇ ਭਰਾ ਮੇਰੇ ਇਕੱਲੇ ਨੂੰ ਪੈ ਗਏ ਹੈਗੇ, ਤਿੰਨਾਂ ਨੇ ਮੈਨੂੰ ਧੱਕਾ ਦਿੱਤਾ, ਤਿੰਨੇ ਵਾਰੀ ਆਂਦੇ ਹੈਗੇ। ਮੈਂ ਇੱਥੋਂ ਐਡੀ ਜ਼ੋਰ ਦੀ ਧੱਕਾ, ਮੈਂ ਇੱਥੇ ਤੱਕ ਡਿੱਗੀ ਆ ਕੇ ਮੁੰਡੇ ਬੱਚੇ ਆਪਣੇ ਨੂੰ ਲੈ ਕੇ। ਫਿਰ ਮੈਂ ਅੰਦਰ ਗਈ ਦੁਬਾਰਾ ਕਹਿਣ ਵਾਸਤੇ, ਫਿਰ ਇਹਨਾਂ ਨੇ ਸੁਣੀ, ਫਿਰ ਬਾਹਰ ਫੜ ਕੇ ਮੈਨੂੰ ਬਾਹਰ ਧੱਕਾ ਦਿੱਤਾ, ਚੱਲ ਨਿਕਲ ਤੂੰ। ਚਪੇੜਾ ਮਾਰ ਕੇ ਬਾਹਰ ਕੱਢਿਆ ਇਹਨਾਂ ਨੇ ਮੈਨੂੰ, ਬਾਹਰ ਫੜ ਕੇ ਮੇਰੀ। ਤੁਹਾਡੇ ਕੋਲ ਸਾਰੇ ਆਪਣੀ ਜਗ੍ਹਾ ਤੇ ਕਾਗਜ਼ ਹੈਗੇ ਨੇ ਜਿਹੜੇ ਸਭ ਪੁਰਾਣੇ? ਕੁਛ ਹੈਗਾ ਸਾਡੇ ਕੋਲ। ਉੱਤੋਂ ਮੈਨੂੰ ਮੋਬਾਈਲ 'ਚ ਕਈ ਦਿਖਾਉਂਦਾ ਪਿਆ। ਹਾਂਜੀ ਦਿਖਾ ਸਕਦੇ ਆ। ਦਿਖਾਓ ਕਾਗਜ਼ ਆਪਣੇ, ਕਹੋ ਆਪਣੇ ਹਸਬੰਦ ਨੂੰ ਕਾਗਜ਼ ਦਿਖਾਓ। ਸੋ ਦੱਸ ਦਈਏ ਕਿ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਜੈਤਾ ਮੁਹੱਲੇ ਤੋਂ, ਜਿੱਥੇ ਕਿ ਇੱਕ ਜਿਹੜੀ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ, ਦੀਵਾਰ ਦੇ ਵਿਵਾਦ ਨੂੰ ਲੈ ਕੇ ਜਿਹੜੀ ਹੈ ਇੱਥੇ ਅੱਜ ਝਗੜਾ ਹੋਇਆ ਹੈ। ਸੋ ਜਿਸ ਦੇ ਚੱਲਦੇ ਜਿਹੜੀ ਪੜੋਸੀ ਦੇ ਉੱਪਰ ਆਰੋਪ ਲਗਾਏ ਜਾ ਰਹੇ ਨੇ। ਸੋ ਜਿਵੇਂ ਕਿ ਪਾਰਟੀ ਦਾ ਕਹਿਣਾ, ਜਿਹਦੇ ਪੀੜਤਾ ਦਾ ਕਹਿਣਾ ਕਿ ਬਿਲਕੁਲ ਜਿਹੜੇ ਸਾਰੇ ਡਾਕੂਮੈਂਟ ਨੇ ਉਹ ਸਾਡੇ ਨਾਮ ਨੇ, ਸਾਡੇ ਕੋਲ ਨੇ, ਜਿੰਨੀ ਵੀ ਸਾਡੀ ਨਾਮ ਦੀ ਜਗ੍ਹਾ ਸੀ ਉਸੇ ਜਗ੍ਹਾ ਨੂੰ ਜਿਹੜਾ ਉਹ ਯੂਜ਼ ਕਰ ਰਹੇ। ਪਿਛਲੇ 40 ਸਾਲਾਂ ਤੋਂ ਇਸੇ ਜਗ੍ਹਾ ਦੇ ਉੱਪਰ ਰਹਿ ਰਹੇ ਹਾਂ ਤੇ ਉਸੇ ਦੀਵਾਰ ਦੀ ਜਿਹੜੀ ਅਸੀਂ ਜਿਹੜੀ ਉਸਾਰੀ ਕਰ ਰਹੇ ਹਾਂ ਜੋ ਸਾਡੇ ਹੱਕ ਦੇ ਵਿੱਚ ਆਉਂਦੀ ਹੈ। ਲੇਕਿਨ ਪੜੋਸੀਆਂ ਦੇ ਨਾਲ ਪਤਾ ਨਹੀਂ ਕਿਸ ਗੱਲ ਕਰਕੇ ਜਿਹੜੀ ਹੈ ਇਹ ਝਗੜਾ ਹੋਇਆ। ਉਹਨਾਂ ਦਾ ਕਿਉਂ ਕਹਿਣਾ ਕਿ ਇਹ ਦੀਵਾਰ ਜਿਹੜੀ ਨਹੀਂ ਚੱਕੀ ਜਾਏ। ਗਈ ਮੈਂ ਇੱਥੇ ਆਈ, ਇਹਨਾਂ ਨੂੰ ਚੱਕ ਕੀਤਾ, ਮੈਂ ਉਹ ਦੇਖੋ ਮੈਂ ਦੌੜਦੀ ਫਟਾਫਟ ਉੱਧਰ ਵੜੀ ਆ ਕਿ ਮੇਰੇ ਕੋਲ ਲੱਗ ਇੱਥੋਂ ਧੱਕਾ ਦਿੱਤਾ, ਇੱਥੋਂ ਉੱਠੀ ਆ ਮੈਂ, ਮੈਨੂੰ ਮਗਰ ਦੌੜੇਗੀ ਆ ਕੇ ਦਿਖਾ, ਕਹਿੰਦੇ ਕਿ ਕਿੱਦਾਂ ਆਏਗੀ ਤੂੰ ਹੁਣ ਇਕੱਲੀ, ਸਾਨੂੰ ਆ ਕੇ ਦਿਖਾ। ਉਹ ਨਾ ਹੁੰਦੇ, ਇਹ ਭਾਜੀ ਨਾ ਹੁੰਦੇ ਨਾ, ਇਹਨਾਂ ਨੇ ਮੇਰੇ ਇੱਟ ਚੱਕ ਕੇ ਮਾਰਨੀ ਸੀਗੀ। ਇੱਕ ਪਹਿਲੇ ਤਾਂ ਧੱਕਾ ਦਿੱਤਾ, ਮੈਂ ਫੇਰ ਉੱਠ ਗਈ, ਮੈਂ ਕਿਹਾ ਚਲ ਕੋਈ, ਫੇਰ ਮੈਂ ਗਈ ਦੁਬਾਰਾ, ਮੈਂ ਕਿਹਾ ਭਾਜੀ ਮੇਰੀ ਗੱਲ ਸੁਣੋ, ਗੱਲ ਤਾਂ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ। ਸੋ ਹੁਣ ਤੁਸੀਂ ਕੰਪਲੇਂਟ ਕਰ ਦਿੱਤੀ ਹੈ ਪੁਲਿਸ ਨੂੰ? ਹਾਂਜੀ। ਕੀ ਕਹਿਣਾ ਪੁਲਿਸ ਦਾ? ਉਹ ਪੁਲਿਸ ਤੇ ਆ ਰਹੇ ਨੇ, ਉਹ ਕਹਿੰਦੇ ਆਨੇ ਨੇ। ਠੀਕ ਹੈ ਜੀ। ਸੋ ਮੌਕੇ ਦੱਸਦੀ ਕਿ ਜਿਹੜੀ ਕਾਲ ਹੈ ਕਰ ਦਿੱਤੀ ਗਈ ਹੈ ਔਰ ਜਿਹੜੀ ਪੀਸੀਆਰ ਟੀਮ ਹੈ ਉਹ ਕੁਝ ਹੀ ਸਮੇਂ ਦੇ ਵਿੱਚ ਪਹੁੰਚ ਜਾਏਗੀ। ਸੋ ਅਗਲੀ ਜਿਹੜੀ ਕਾਰਵਾਈ ਹੈ ਉਹ ਦੇਖਣੀ ਬਣਦੀ ਹੈ ਕਿ ਕੀ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਹੈ ਕੀਤੀ ਜਾਏਗੀ। ਫਿਲਹਾਲ ਜਿਹੜੇ ਪ੍ਰਾਪਰਟੀ ਦੇ ਡਾਕੂਮੈਂਟ ਵੀ ਜਿਹੜੇ ਪੀੜਤਾ ਦੇ ਹੱਥ ਦੇ ਵਿੱਚ ਨੇ, ਜੋ ਵੀ ਡਾਕੂਮੈਂਟ ਜਿਹੜੇ ਨੇ ਕਹੇ ਗਏ ਨੇ, ਜੋ ਵੀ ਜਗ੍ਹਾ। ਤੁਹਾਡੇ ਹਸਬੈਂਡ ਕਿਹੜੇ? ਹਸਬੈਂਡ ਕਿੱਥੇ? ਹਾਂਜੀ। ਕੀ ਨਾਮ ਕੀ ਆਪਣਾ ਜੀ? ਰਾਹੁਲ। ਤੇ ਕੀ ਹੋਇਆ ਕੀ ਰਾਹੁਲ ਜੀ? ਬਸ ਅਸੀਂ ਆਪਣੀ ਕੰਧ ਤੋੜੀ ਹੋਈ ਸੀਗੀ, ਆਹ ਵਾਲੀ ਮਕਾਨ ਬਣਾਉਂਦੇ ਪਏ ਸੀਗੇ ਤੇ ਕਹਿੰਦੇ ਕੰਧ ਨਹੀਂ ਇੱਥੇ ਤੋੜਨੀ ਹੈ, ਕਹਿੰਦੇ ਸਾਡਾ ਹੈਗਾ। ਤੇ ਉਹਨਾਂ ਬੱਚੇ ਦੇ ਉੱਤੇ ਪੈਂਦੇ ਪਏ ਸੀਗੇ, ਘਰ ਵਾਲੀ ਦੇ ਉੱਤੇ ਮਾਰ ਪਏ ਸੀਗੇ। ਸਾਨੂੰ ਦੋਨਾਂ ਨੂੰ ਇਕੱਲਿਆਂ ਨੂੰ ਦੇਖ ਕੇ 3 ਭਰਾ ਪੈ ਗਏ ਹੈਗੇ। ਕਿੰਨਾ ਟਾਈਮ ਹੋ ਗਿਆ? ਹੋ ਗਿਆ ਬਸ ਅੱਧਾ ਘੰਟਾ ਹੀ ਹੋਇਆ ਜੀ। ਠੀਕ ਨਹੀਂ, ਇਹ ਜਗ੍ਹਾ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਰਹਿੰਦੇ? ਜਗ੍ਹਾ ਬਣੇ ਨੂੰ 40 ਸਾਲ ਹੋ ਗਏ ਸੀਗੇ ਤੇ ਸਾਨੂੰ ਰਹਿੰਦੇ ਨੂੰ ਹੋਏ 20 ਸਾਲ 30 ਸਾਲ ਹੋ ਗਏ ਹੋਏ ਆ। ਠੀਕ ਹੈ। ਜਿਹੜੀ ਝਗੜਾ ਹੈ ਦੀਵਾਰ ਦਾ ਕਦੋਂ ਤੋਂ ਚੱਲ ਰਿਹਾ? ਝਗੜਾ ਤੇ ਅੱਜ 3-4 ਦਿਨ ਤੋਂ ਹੋਏ ਆ। ਠੀਕ ਹੈ। ਬਣੀ ਜਗ੍ਹਾ ਨੂੰ ਹੋਏ ਜ਼ਿਆਦਾ ਦੇਰ ਹੋ ਗਈ, 35-40 ਸਾਲ। ਠੀਕ ਹੈ ਜੀ। ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ? ਅਸੀਂ ਉਹੀ ਕਹਿ ਰਹੇ ਕਿ ਸਾਡੀ ਕੰਧ ਤੋਂ ਨਾ ਰੋਕੋ, ਸਾਡੀ ਕੰਧ ਕਹਿੰਦੇ ਤੁਸੀਂ ਬਣਾ ਦਿਓ, ਅਸੀਂ ਫੇਰ ਤੋੜ ਦੇਣੀ, ਫੇਰ ਦੁਬਾਰਾ ਆ ਕਹਿੰਦੇ। ਤਾਂ ਮੈਨੂੰ ਧਮਕੀ ਦਿੰਦੇ ਹੋ ਗਏ ਕਿ ਤੂੰ ਕਰਕੇ ਦਿਖਾ, ਬਾਅਦ ਚ ਤਾਂ ਦੇਖਾਂਗਾ। ਫਿਰ ਮੈਨੂੰ ਤੁਸੀਂ ਕਹਿੰਦੇ ਸ਼ਾਮ ਨੂੰ ਦੱਸਦੇ, ਸ਼ਾਮ ਨੂੰ ਦੇਖਦੇ, ਤੁਹਾਨੂੰ ਸ਼ਾਮ ਨੂੰ ਦੱਸਦੇ ਇਦਾਂ ਕਹਿੰਦੇ। ਠੀਕ। ਕੀ ਨਾਮ ਕੀ ਹੈ ਜਿਨ੍ਹਾਂ ਵੱਲੋਂ ਇਹ ਸਾਰਾ ਜਿਹੜਾ ਝਗੜਾ ਵਗੈਰਾ ਕੀਤਾ ਗਿਆ, ਹਮਲਾ ਕੀਤਾ ਗਿਆ? ਕੀ ਨਾਮ ਕੀ ਉਹਨਾਂ ਦਾ? ਤਿੰਨੇ ਹੀ ਭਰਾ
ਤਿੰਨੇ ਭਰਾ ਲਵਲਾ ਰਮਨ ਤੇ ਨੀਟਾ ਲਵਲਾ ਰਮਨ ਤੇ ਨੀਟਾ। ਠੀਕ ਹੈ, ਤਿੰਨਾਂ ਵੱਲੋਂ ਕੀਤਾ ਗਿਆ। ਉਹਦੇ ਭਾਜੀ ਨੂੰ ਛੁਡਾਉਣ ਵਾਸਤੇ ਭਾਜੀ ਨੇ ਫੜਿਆ ਉਹਨਾਂ ਨੂੰ, ਫਿਰ ਉਹਨਾਂ ਨੂੰ ਪਕੜਿਆ ਕਿ ਤੁਸੀਂ ਕਿਉਂ ਇਦਾਂ ਕਰਦੇ ਹੋ ਕੁੜੀ ਕੱਲੀ ਦੇ ਨਾਲ। ਉਹ ਫਿਰ ਉਹ ਕੁੜੀ ਦੀ ਫਿਰ ਉਹਨੇ ਮੈਨੂੰ ਫੜਿਆ, ਉਹਨੇ ਰੋਕਿਆ ਕਿ ਹੱਥੋਂ ਪਾਈ ਕੀ ਹੋਇਆ ਕੀ ਹੈ ਸਾਰੀ? ਭਾਜੀ ਮੈਂ ਜਿਹੜੇ ਮਹੱਲੇ ਦੇ ਵਿੱਚ ਰਹਿਨਮਾਈ ਨਹੀਂ ਹੈਗਾ, ਮੈਂ ਇੱਥੇ ਮਹੱਲੇ 'ਚ ਕਿਸੇ ਇਹਨਾਂ ਦੇ ਜਿਹੜੇ ਮਹੱਲੇ ਦੇ ਪ੍ਰਧਾਨ ਜੀ ਹੈ ਸ਼ੋਭਾ ਯਾਤਰਾ ਤੇ ਆਪਾਂ ਜਾਣਾ ਸੀ ਵਾਲਮੀਕੀ ਮਹਾਰਾਜ ਜੀ, ਅਸੀਂ ਉੱਥੇ ਜਾਣ ਵਾਸਤੇ ਇੱਥੇ ਆਏ ਉਹਨਾਂ ਦੇ ਘਰ ਤੇ ਹਜੇ ਮੈਂ ਆ ਕੇ ਖੜਾ ਹੀ ਹੋਇਆ ਤੇ ਇੰਨੇ 'ਚ ਜਨਾਨੀ ਭੱਜਦੀ ਨੇ ਇੱਧਰ ਨੂੰ ਆਈ ਹੈ ਤੇ ਇਹਦੇ ਮਗਰ 3-4 ਜਾਣੇ ਸੀਗੇ ਮਹੱਲੇ ਦੇ, ਮੈਨੂੰ ਉਹਨਾਂ ਦਾ ਪਤਾ ਨਹੀਂ, ਉਹ ਇੱਟਾਂ ਮਾਰਦੇ ਪਏ ਸੀ ਇਹਦੇ। ਜਦੋਂ ਮੈਂ ਉਹਨੂੰ ਪੁੱਛਿਆ ਇੱਟਾਂ ਕਿਉਂ ਮਾਰਦੇ ਪਏ, ਇੰਨੇ 'ਚ ਇਹਦਾ ਬੱਚਾ ਡਿੱਗ ਗਿਆ ਰੇਤਾ ਦੇ ਉੱਪਰ ਤੇ ਜਨਾਨੀ ਦੇ ਵਾਲ ਵੂਲ ਫੜ ਕੇ ਨਾ ਉਹ ਰੇਤਾ ਦੇ ਉੱਪਰ ਇੱਦਾਂ ਦਾ 3 ਜਣੇ ਮਾਰਨਾ ਸ਼ੁਰੂ ਹੋ ਗਏ। ਇੰਨੇ 'ਚ ਮੈਂ ਆ ਕੇ ਛਡਾਇਆ ਸ਼ੁਰੂ ਆ ਤੇ ਉਹ ਨਾ ਕਿਸੇ ਦੀ ਗੱਲ ਸੁਣੋ ਨਾ ਬਾਤ, ਉਹਨਾਂ ਨੇ ਬਸ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੀ। ਇੰਨੇ 'ਚ 15-20 ਜਾਣੇ ਸੀਗੇ ਲੱਗੇ ਹੋਏ ਜੀ, ਆ ਘਰ ਦੇ ਜਨਾਨੀਆਂ ਵੀ ਇਹਨਾਂ ਦੇ ਬੰਦੇ ਵੀ ਸੀ ਜੀ। ਤੇ ਉਸ ਤੋਂ ਬਾਅਦ ਕੁੜੀ ਨੂੰ ਛੜਾ ਕੇ ਆਪਾਂ ਅੱਗੇ ਪਿੱਛੇ ਕੀਤਾ ਤੇ ਪੁਲਿਸ ਨੂੰ ਕੰਪਲੇਂਟ ਕਰਾਈ ਹੈ ਕਿ ਪੁਲਿਸ ਭੇਜੋ ਜੀ, ਇੱਥੇ ਜਨਾਨੀ ਇੱਕ ਨੂੰ ਬਹੁਤ ਜ਼ਿਆਦਾ ਮਾਰਦੇ ਪਏ। ਤੇ ਇਹ ਇਹਨਾਂ ਦਾ ਕੋਈ ਕੰਧ ਕੁੰਧ ਦਾ ਆਪਸ ਦਾ ਵਿੱਚ ਮਸਲਾ ਹੈਗਾ, ਜਿਹਦੇ ਕਰਕੇ ਸਾਨੂੰ ਇਸ ਚੀਜ਼ ਦਾ ਪਤਾ ਨਹੀਂ, ਮਹੱਲੇ ਦੇ ਬੰਦਿਆਂ ਨੂੰ ਜ਼ਿਆਦਾ ਪਤਾ। ਸਿਰਫ ਸਾਡੇ ਸਾਹਮਣੇ ਜਨਾਨੀ ਨੂੰ ਬਹੁਤ ਮਾਰਿਆ ਇਹਨਾਂ ਨੇ 3-4 ਜਣਿਆਂ ਨੇ। ਬੱਚਾ ਛੋਟਾ ਜਿਹਾ ਸੀ, ਜੇ ਬੱਚਾ ਨਾ ਫੜਦਾ ਤੇ ਬੱਚਾ ਜ਼ਮੀਨ ਤੇ ਜਿੱਦਾਂ ਡਿੱਗਣਾ ਸੀ, ਮੈਨੂੰ ਨਹੀਂ ਲੱਗਦਾ 1.5-2 ਮਹੀਨੇ ਦਾ ਬੱਚਾ ਬਚਦਾ ਜਿੱਦਾਂ ਇਹਨਾਂ ਨੇ ਕੀਤਾ। ਸੋ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇੱਕ ਕਿਤੇ ਨਾ ਕਿਤੇ ਜਿਹੜੀ ਹੈ ਇੱਕ ਨੁਕਸਾਨ ਹੋ ਜਾਣਾ ਸੀ ਅਗਰ ਬੱਚਾ ਹੱਥ ਦੇ ਵਿੱਚ, ਜਿਵੇਂ ਕਿ ਮੌਕੇ ਦੇ ਜਿਹੜੇ ਚਸ਼ਮਦੀਦ ਉਹਨਾਂ ਦਾ ਕਹਿਣਾ ਹੈ ਕਿ ਹੱਥੋਂ ਪਾਈ ਜਿਹੜੀ ਹੋਈ ਹੈ ਔਰ ਇੱਟਾਂ ਵਗੈਰਾ ਜਿਹੜੀਆਂ ਮਾਰੀਆਂ ਗਈਆਂ ਨੇ, ਔਰ 1.5 ਤੋਂ 2 ਮਹੀਨੇ ਦਾ ਬੱਚਾ ਹੈ, ਅਗਰ ਉਹਦੇ ਵੀ ਇਹ ਸੱਟ ਲੱਗ ਸਕਦੀ ਸੀ ਇਸ ਜਿਹੜੇ ਝਗੜੇ ਦੇ ਵਿੱਚ। ਸੋ ਪੜੋਸੀਆਂ ਵੱਲੋਂ ਇਸ ਚੀਜ਼ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਦੱਸ ਦਈਏ ਕਿ ਜਿਹੜੀ ਹੈ ਜਿਹੜਾ ਪ੍ਰਾਪਰਟੀ ਦਾ ਮਸਲਾ ਹੈ, ਜਿਹੜਾ ਵਿਵਾਦ ਹੈ ਦੀਵਾਰ ਦਾ, ਵਿਵਾਦ ਨੂੰ ਲੈ ਕੇ ਜਿਹੜੀ ਹੈ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਪੈਂਦੇ ਜੈਤਾ ਮੁਹੱਲੇ ਦੇ ਵਿੱਚ ਸਾਰੀ ਜਿਹੜੀ ਹੈ ਇਹ ਜਿਹੜੀ ਝਗੜਾ ਇਹ ਹੋਇਆ। ਸੋ ਫਿਲਹਾਲ ਜਿਹੜੀ ਹੈ ਪੁਲਿਸ ਨੂੰ ਜਿਹੜੀ ਕੰਪਲੇਂਟ ਹੈ ਮਹਿਲਾ ਵੱਲੋਂ ਕਰ ਦਿੱਤੀ ਗਈ ਹੈ। ਸੋ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਹੈ ਪੁਲਿਸ ਵੀ ਮੌਕੇ ਦੇ ਉੱਪਰ ਪਹੁੰਚ ਜਾਏਗੀ। ਸੋ ਦੇਖ ਸਕਦੇ ਹੋ ਮੁਹੱਲਾ ਨਿਵਾਸੀ ਜਿਹੜੇ ਨੇ, ਮੁਹੱਲੇ ਨਿਵਾਸੀਆਂ ਦਾ ਇਕੱਠ ਜਿਹੜਾ ਸ਼ੁਰੂ ਹੋ ਗਿਆ, ਕਿਉਂਕਿ ਪਹਿਲਾਂ ਜਦੋਂ ਇਹ ਝਗੜਾ ਹੋਇਆ ਉਸ ਟਾਈਮ ਦੇ ਵਿੱਚ ਵੀ ਜਿਹੜੇ ਹੈ ਲੋਕ ਇੱਥੇ ਇਕੱਠੇ ਸੀ। ਦੇਖ ਸਕਦੇ ਹੋ ਫਿਲਹਾਲ ਤੁਸੀਂ ਕਿ ਇਸ ਜਿਹੜੀਆਂ ਇੱਟਾਂ ਵਗੈਰਾ ਇੱਥੇ ਪਈਆਂ ਹੋਈਆਂ ਨੇ, ਜਿਵੇਂ ਕਿ ਇਹ ਆਰੋਪ ਜਿਹੜੇ ਲਗਾਏ ਜਾ ਰਹੇ ਨੇ ਕਿ ਪੀੜਤਾ ਵੱਲੋਂ ਕਿ ਇੱਟਾਂ ਵਗੈਰਾ ਚਲਾਈਆਂ ਨੇ, ਮੇਰੇ ਉੱਪਰ ਹਮਲਾ ਕੀਤਾ ਗਿਆ। 3 ਇਹਨਾਂ ਦੇ ਲੜਕੇ ਨੇ, ਇਹਨਾਂ ਵੱਲੋਂ ਹਮਲਾ ਕੀਤਾ ਗਿਆ। ਨਾਲ ਦੇ ਨਾਲ ਜਿਹੜੀਆਂ ਔਰਤਾਂ ਨੇ ਉਹ ਵੀ ਇਹਦੇ ਵਿੱਚ ਨਾਲ ਸ਼ਾਮਲ ਸੀਗੀਆਂ। डबल 71175 ਸੋ ਤਸਵੀਰਾਂ ਜਲੰਧਰ ਟਾਈਮਸ ਟੀਵੀ ਤੇ ਤੁਸੀਂ ਲਾਈਵ ਦੇਖ ਰਹੇ ਹੋ ਇਸ ਸਮੇਂ ਬਸਤੀ ਸ਼ੇਖ ਦੇ ਜੈਤਾ ਮੁਹੱਲੇ ਦੇ ਵਿੱਚ, ਜਿੱਥੇ ਕਿ ਇੱਕ ਦੀਵਾਰ ਨੂੰ ਲੈ ਕੇ ਜਿਹੜਾ ਦੋ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜਾ ਝਗੜਾ ਉਹ ਇੱਥੇ ਹੋਇਆ। ਸੋ ਜਿਹਦੇ ਕਰਕੇ ਜਿਹੜੀਆਂ ਨੇ, ਜਿਵੇਂ ਕਿ ਲੋਕਾਂ ਦਾ ਕਹਿਣਾ ਹੈ, ਪੀੜਤਾ ਦਾ ਕਹਿਣਾ ਕਿ ਇੱਟਾਂ ਵਗੈਰਾ ਚਲਾਈਆਂ ਗਈਆਂ ਨੇ ਔਰ ਜਿਹੜੀ ਹੈ ਬੱਚਾ ਸੀ 1.5 ਤੋਂ 2 ਮਹੀਨੇ ਦੇ ਹੱਥ ਦੇ ਵਿੱਚ, ਕੋਈ ਨੁਕਸਾਨ ਭਾਰੀ ਫਿਲਹਾਲ ਨਹੀਂ ਹੋਇਆ, ਲੇਕਿਨ ਦੱਸਦੀ ਹੈ ਕਿ ਹੋ ਸਕਦਾ ਸੀ। ਸੋ 3 ਲੜਕਿਆਂ ਦੇ ਉੱਪਰ ਜਿਹੜੇ ਨੇ ਆਰੋਪ ਲਗਾਏ ਜਾ ਰਹੇ ਨੇ ਜੋ ਪੜੋਸੀ ਨੇ, ਔਰ ਨਾਲ ਦੇ ਦੱਸਦੀ ਕਿ ਮਹਿਲਾਵਾਂ ਦੇ ਉੱਪਰ ਵੀ ਜਿਹੜੀ ਆ ਉਸ ਘਰ ਦੀਆਂ ਮਹਿਲਾਵਾਂ ਸੀ ਉਹਨਾਂ ਵੱਲੋਂ ਉਹਨਾਂ ਦੇ ਜਿਹੜੇ ਆ ਇਹ ਸਾਰਾ ਹਮਲਾ ਜਿਹੜਾ ਕੀਤਾ ਗਿਆ। ਪ੍ਰੋਪਰਟੀ ਦਾ ਵਿਵਾਦ ਸੀ ਜਿਹਦੇ ਕਰਕੇ ਇਹ ਸਾਰੀ ਜਿਹੜੀ ਝਗੜਾ ਹੈ ਇਹ ਹੋਇਆ। ਸੋ ਇਹ ਤਸਵੀਰਾਂ ਲਾਈਵ ਜਲੰਧਰ ਦੇ ਜਿਹੜੀ ਹੈ ਬਸਤੀ ਸ਼ੇਖ ਇਲਾਕੇ ਦੇ ਜੈਤਾ ਮੁਹੱਲੇ ਦੀਆਂ ਦੇਖ ਰਹੇ ਹੋ। ਸੋ ਇਹ ਪ੍ਰੋਪਰਟੀ ਹੈ ਜਿਹੜੀ ਬਣ ਰਹੀ ਹੈ, ਜਿੱਥੇ ਕਰ ਦੀਵਾਰ ਨੂੰ ਕਰਕੇ ਜਿਹੜੀ ਹੈ ਇਹ ਸਾਰਾ ਮਸਲਾ ਜਿਹੜਾ ਹੋਇਆ। ਸੋ ਜਲੰਧਰ ਬਸਤੀ ਸ਼ੇਖ ਦੇ ਜੈਤਾ ਮੁਹੱਲੇ ਦੀਆਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ 2 ਪਰਿਵਾਰਾਂ ਦੇ ਵਿੱਚ ਦੀਵਾਰ ਨੂੰ ਲੈ ਕੇ ਜਿਹੜਾ ਝਗੜਾ ਹੋਇਆ, ਇੱਟਾਂ ਚੱਲੀਆਂ ਨੇ, ਜਿਵੇਂ ਕਿ ਮੌਕੇ ਦੇ ਲੋਕਾਂ ਦਾ ਕਹਿਣਾ ਹੈ। कवर करना है ਅੱਜ ਗੱਲ ਨਾ ਕਰੀ ਗਈ आ गई उत्थे ही आ गई तेरे को 10 मिनट 2 मिनट
ਅੱਜ ਮਲ ਫੜ ਕੇ ਲੈ ਜਾ ਅੱਜ ਕੋਈ ਮੀਡੀਆ ਵਾਲਾ ਕੰਮ ਨਹੀਂ ਹੋਇਆ। ਉਹ ਨੌਕਰ ਲਗਾ ਓਏ ਕਾਜਲ ਚੱਲ ਫੜਾ ਭਰਾ ਨਹੀਂ ਕਹਿੰਦਾ ਪਤਾ ਇਹ ਤਾਂ ਫੜਾ ਇਹਨੇ ਪੈਸੇ ਨਹੀਂ ਟੈਨਸ਼ਨ ਲਈ ਦਿੰਦੀ ਬਾਅਦ ਦੇ ਲੇਕਰ ਲਾਈਕ ਕਿੰਨੇ ਕਰਨਾ ਨਹੀਂ ਸ਼ੁਰੂ ਕਰਨਾ ਓਏ ਯਾਰ ਨਹੀਂ ਤੇਰੀ ਆਵਾਜ਼ ਤੋਂ ਕੰਮ ਕਿਆ ਪੈਸੇ ਦੀ ਪੈਸੇ ਦੋਨੋਂ ਪੁੱਛ ਹੁਣੀ ਕਰਵਾਏ ਕਰਦਾ। ਕਰ ਉਹਨੂੰ ਕਹਿ ਦੇ ਮੇਰੇ ਮੂੰਹ ਵਾਲੇ ਪਾਸੇ ਸੋ ਕੇ ਇੰਨੀ ਗੱਲ ਮੂੰਹ ਵਾਲੇ ਪਾਸੇ ਕਹਦੇ ਨਹੀਂ ਦਿੱਤੇ ਲਾਈਵ ਸ਼ੁਰੂ ਕਰੋ ਬਾਬਾ ਜੀ ਆਪਾਂ ਕਾਹਦਾ ਵੇਟ ਕਰਨਾ ਫੋਨ ਕੀਤਾ ਤੁਸੀਂ ਬੋਲੇ ਬਈ ਪੁਲਿਸ ਹਾਂ ਰਾਤ ਤੱਕ ਲੈ ਜੂ ਰਿਹਾ ਆ ਵੀ 5000 ਆ ਹੀ ਲੈ ਗਿਆ ਉਹ ਤਾਂ ਕੱਲ ਤੁਸੀਂ ਦਿਨ ਕਾਲ ਭਾਜੀ ਮੈਂ ਮੈਂ ਦੇਖਿਆ ਤੁਹਾਡੇ ਮੇਰੀ ਗੱਲ ਸੁਣੋ ਉਹਦਾ ਤੁਸੀਂ ਕਿਤੇ ਕੋਈ ਮਾੜੀ ਕੀੜੀ ਵੀ ਮਰੇ ਖਬਰ ਕਰਨ ਚਲ ਜਾਂਦੇ ਗੱਲ ਬਸ ਫੇਰ ਸ਼ੋਭਾ ਯਾਤਰਾ ਕਵਰ ਹੀ ਨਹੀਂ ਕੀਤੀ ਲਾਨਤ ਆ ਤੁਹਾਡੇ ਤੇ ਕਰਨੀ ਸੀਗੀ ਰਾਤੀ ਉਹ ਕੀ ਨਾਮ ਉਹਦਾ ਸਵਾ ਦਿਨ ਜ਼ਿਆਦਾ ਭਾਈ ਘੱਟ ਆ ਯਾਰ ਮੈਨੂੰ ਇੱਕ ਸਵਾ ਦਿਨ ਤੇ ਹੋ ਗਏ ਸਮਝ ਲਓ ਅੱਜ ਕਰਦਾ ਨਹੀਂ ਅੱਜ ਮਹੀਨੇ ਹੁਣ ਲੋੜ ਹੀ ਨਹੀਂ ਨਕਾਤ ਬੰਦੇ ਤੁਸੀਂ ਉਹ ਯਾਰ ਰਾਤੀ ਇੱਥੇ ਸੀਗੇ ਮੇਰੇ ਕੋਲ ਇਸ ਟਾਈਮ ਸਾਰੇ ਮੁੰਡੇ ਸੁੱਤੇ ਪਏ ਨਾ ਯਾਰ ਕਿਤੇ ਕੀੜੀ ਮਰੇ ਤੁਸੀਂ ਬੜਾ ਲਾਈਵ ਕਰਨ ਚੱਲ ਜਾਂਦੇ ਕੀੜੀ ਵੀਡੀਓ ਅੱਜ ਜਿਹੜੀ ਕਹਿੰਦਾ ਜਨਾਨੀ ਅੱਜ ਇਹਨਾਂ ਨੂੰ ਉੱਤੇ ਕਿਸੇ ਕੁੱਤੇ ਨੇ ਨਹੀਂ ਪੁੱਛਣਾ ਅੱਜ ਚਲਾਓ ਅੱਜ ਸਾਰੇ ਕੱਲ ਬਸਤੀਆਂ 'ਚ ਤਾਂ ਫਿਰ ਵੀ ਪੁੱਛ ਲੈਣਾ ਪੁੱਛ ਲੈਂਦੇ ਮਾੜਾ ਮੋਟਾ ਵੀ ਜਾਣਦੇ ਉੱਧਰ ਨਹੀਂ ਜਾਣਦੇ ਸਾਰੇ ਜਾਣਦੇ ਭਾਈ ਮੇਰੀ ਗੱਲ ਹੈ ਜਾਣਦੇ ਯਾਰ ਉਹ ਵੀ ਜਾਣਦੇ ਮਾਰੇ ਚੱਲ ਠੀਕ ਹੈ ਜਾਣਦੇ ਬਸ ਜਾਣਦੇ ਬਸ ਇਹ ਵੀ ਕੁੱਤ ਵੱਡਾ ਸਾਰੇ ਜਾਣਦੇ ਆਪਾਂ ਇੱਕ ਬੰਦੇ ਨੇ ਨਹੀਂ ਦਵਾਇਆ ਕਿਹੜਾ ਬੜੀਆਂ ਮਾਰੀਆਂ ਤੁਸੀਂ ਬੁਲਾ ਲਿਓ ਨਾ ਸੋ ਮੌਕੇ ਤੇ ਲਗਾਤਾਰ ਜਿਹੜੇ ਨੇ ਮੁਹੱਲੇ ਵਾਲੇ ਇਕੱਠੇ ਹੋ ਰਹੇ ਨੇ ਕਿਸੇ ਨੇ ਨਹੀਂ ਕਿਹਾ ਫੋਨ ਤਾਂ ਤੁਹਾਡਾ ਆਇਆ ਨਾ ਇੱਧਰ ਮੇਰੀ ਗੱਲ ਹੋਈ ਫੋਨ ਤੇ ਹਾਂ ਹੋਈ ਤੇਰੇ ਨਾਲ ਮੇਰੀ ਗੱਲ ਹੋਈ ਫੋਨ ਤੇ ਮੈਂ ਤੈਨੂੰ ਕੀ ਕਿਹਾ ਕਿ ਤੂੰ ਇੱਥੇ ਆ ਗਿਆ ਓਕੇ ਫੋਨ ਕੱਟਿਆ ਗਿਆ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਦੀ ਜਨਾਨੀ ਨੇ ਆਪਾਂ ਗੱਲ ਉਦਾਂ ਕਰੀਏ ਮੇਰੀ ਨਹੀਂ ਜਿਹੜੀ ਗੱਲ ਪਹਿਲਾਂ ਮੇਰੀ ਗੱਲ ਸੁਣ 2 ਦਿਨ ਕੱਢ ਕੱਲ ਜਿਹੜੀ ਕੱਲ ਤੋਂ ਬਾਅਦ ਭਰਾ ਨਹੀਂ ਆਪਾਂ ਉਦਾਂ ਗੱਲ ਕਰਦੇ ਜਿਹੜੇ ਵੀ ਮੇਰੀ ਆਦਤ ਕੀ ਮੈਂ ਜੇ ਬਸਤੀ 'ਚ ਕਿਤੇ ਆਣਾ ਪਹਿਲੇ ਤੁਹਾਨੂੰ ਫੋਨ ਕਰਦਾ ਮੈਂ ਤੇਰੀ ਗੱਲ ਮੈਂ ਤਾਂ ਪਹਿਲਾਂ ਮੇਰੀ ਗੱਲ ਸੁਣਦਾ ਕਰ ਗਿਆ 2 ਦਿਨ ਸੋਭਾ ਦਿਨਾਂ ਦੇ ਕੱਲ ਦੇ ਗੱਲ ਪਰਸੋਂ ਬਿਠਾ ਕੇ ਜਿਹੜਾ ਜੋ ਕਰਾਂ ਮੈਂ ਉਹ ਕਹਿੰਦਾ ਜ਼ਮੀਨ ਜਾਇਦ ਆਪਣੇ ਪਹਿਲਾਂ ਵੀ ਇਹੀ ਗੱਲ ਹੋਈ ਸੀ ਜ਼ਮੀਨ ਜਾਇਦ ਕਿਸੇ ਨੇ ਨਾਲ ਦਾ ਲੈ ਨਹੀਂ ਜਾਣੀ ਇੰਨੇ ਨੇ ਟੋਟੇ ਪਿੱਛੇ ਆਪਾਂ ਐਵੇਂ ਮੇਰੇ ਭਾਈ ਜਿਹੜਾ ਮੰਦਰ ਆਉਣਾ ਨਹੀਂ ਜਿਹੜਾ ਤੁਸੀਂ ਕਹਿੰਦੇ ਮੰਦਰ ਕੁੜੀ ਆ ਗਈ ਵਾਪਸ ਓਕੇ ਜਦੋਂ ਸੰਸਕਾਰ ਲਈ ਕਹਿੰਦੇ ਭਾਜੀ ਜੇ ਇੱਕ ਗੱਲ ਸੁਣੋ ਜੇ ਕਿਸੇ ਦੀ ਗਰੀਬ ਦੀ ਜਗ੍ਹਾ ਤੇ ਏਦਾਂ ਹੀ ਧੱਕਾ ਕਰਨਾ ਇੱਕ ਮੇਰੀ ਗੱਲ ਤਾਂ ਸੁਣੋ ਪਹਿਲੇ ਮੇਰੀ ਗੱਲ ਤਾਂ ਸੁਣੋ ਤੁਸੀਂ ਮੈਨੂੰ ਕੀ ਕਿਹਾ ਨਹੀਂ ਆਣਾ ਤੁਸੀਂ ਪਹਿਲੇ ਮੇਰੀ ਮੈਨੂੰ ਗੱਲ ਕਿਹਾ ਵੀ ਤਾਂ ਨਹੀਂ ਸੁਣੋ ਤੇ ਜੇ ਤੁਸੀਂ ਮੈਨੂੰ ਕਿਹਾ ਮੈਂ ਨਹੀਂ ਆਣਾ ਮੈਂ ਨਹੀਂ ਆਣਾ ਤੁਸੀਂ ਨਿਬੇੜ ਲਓ ਜਿੱਦਾਂ ਇਹ ਕਿਹਾ ਨਹੀਂ ਕਿਹਾ ਨਾ ਮੇਰੀ ਗੱਲ ਤਾਂ ਸੁਣੋ ਜੇ ਕਿਸੇ ਗਰੀਬ ਦਾ ਜੀ ਗਲਤੀ ਨਾਲ ਅਸੀਂ ਸਾਥ ਹੀ ਦੇਤਾ ਤੇ ਗਵਾਂਢ ਮੱਥਾ ਹੀ ਉੱਠਦਾ ਉਹਨੂੰ ਤੰਗ ਕਰਨ ਲੱਗ ਪਏ ਯਾਰ ਜਿਹੜੀ ਕੰਧ ਹਾਂਜੀ ਜਿਹੜੀ ਕੰਧ ਹੋਈ ਮੱਲਾ ਸਾਰਾ ਹੀ ਵਿਸ਼ਵਾਸ ਮੇਰੇ ਵੀਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜਦੋਂ ਕੁੜੀ ਨੂੰ ਸੁੱਟਿਆ ਫਿਰ ਜਦੋਂ ਇਹ ਡਿੱਗੀ ਹੈ ਇਹ ਬੱਚਾ ਜਿਹੜਾ ਰੇਤਾ ਦੇ ਉੱਤੇ ਡਿੱਗ ਹਾਂ ਇਹ ਰੇਤਾ ਦੇ ਉੱਤੇ ਬੱਚਾ ਡਿੱਗਿਆ ਮੈਂ ਬੱਚਾ ਚੱਕਿਆ ਕੁੜੀ ਦੇ ਹੱਥੀ ਪੈ ਗਏ ਸਾਰਾ ਟੱਬਰ ਇਹ ਜਦੋਂ ਕੋਈ ਮਾੜੀ ਚੰਗੀ ਗੱਲ ਹੋਵੇ ਫਿਰ ਉਹਦਾ ਬੰਦਾ ਕਰਨਾ ਕੋਈ ਤਾਇਆ ਕੋਈ ਚਾਚਾ ਸੀਗਾ ਵਿੱਚ ਅੱਜ ਤਾਏ ਚਾਚੀ ਆ ਗਏ ਮੱਲਾ ਬੇਵਕੂਫ ਹੋ ਗਿਆ ਉਹ 3 ਵਜੇ ਤੱਕ ਗ੍ਰੈਂਡ ਦੇ ਅੱਗੇ ਤੱਕ ਧੱਕੇ ਖਾ ਕੇ ਆਈ ਇਹਨਾਂ ਦੇ ਕੋਲ ਮਗਰ ਜਾਈਏ ਇਹਨਾਂ ਦੇ ਹੈ 5 ਵਜੇ ਅਸੀਂ ਘੁਰਾਇਆ ਜਾ ਕੇ ਇਹਨਾਂ ਦੇ ਮਗਰ ਜਾ ਕੇ ਆਂਦੇ ਪਏ ਅਸੀਂ ਅੱਜ ਆ ਕੇ ਬੇਵਕੂਫ ਖਾਂ ਡੱਡ ਕੇ ਦਿਖਾਉਂਦੇ ਪਏ ਕਿਹੜੇ ਕੰਮਾਂ 'ਚ ਕੰਮ ਉਹ ਵਿਚਾਰੀ ਦਾ ਨਾ ਅੱਗੇ ਨਾ ਕੋਈ ਪਿੱਛੇ ਜਿਹਦੇ ਜੇ ਤੁਸੀਂ ਭਰਾ ਬਣ ਕੇ ਵਿੱਚ ਖੜੇ ਹੋਣੇ ਅਸੀਂ ਵੀ ਤਾਂ ਭਰਾ ਬਣ ਕੇ ਫੈਸਲਾ ਕੀ ਜਾਵੇਂ ਡੇਢ ਮਰਲਾ ਜਗ੍ਹਾ ਉਹਨੂੰ ਵੀ ਕਹਿੰਦੇ ਕੰਧ ਅੰਦਰ ਨੂੰ ਤਾਂ ਕਹਿੰਦੇ ਸਾਡੀ ਇਹਨਾਂ ਨੇ ਰਿਸਪੈਕਟ ਨਹੀਂ ਰੱਖੀ ਇਹਨਾਂ ਨੇ ਟੰਗੇ ਦੀ ਕੇ ਮੈਨੂੰ ਧੱਕਾ ਦਿੱਤਾ ਇਹਨਾਂ ਨੇ ਇੱਥੇ ਪੂਰਾ ਮੱਲਾ ਇਸ ਪੂਰਾ ਚੀਜ਼ ਮਤਲਬ ਦਾ ਇਹ ਕੋਈ ਕਰ ਲਾਂਗੇ ਤੂੰ ਭਲਵਾਨ ਜੀ ਮੈਂ ਜਦੋਂ ਤੁਸੀਂ ਮੇਰੀ ਗੱਲ ਸੁਣੋ ਮੈਂ ਮੈਂ ਤੇਰੀ ਗੱਲ ਸਹਿਮਤ ਮੈਂ ਤੇਰੇ ਕੋਲ ਕੱਲ ਦੀ ਘੜੀ ਕਰ ਪਾਪਾ ਜੀ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਉਹਨੇ ਨਹੀਂ ਕਰ ਲਿੱਤੀ ਉਹ ਕੰਧ ਕਰ ਲਿੱਤੀ ਕੰਧ ਹੋ ਗਈ, ਸਾਰਾ ਕੰਧ ਸਾਰਾ ਹੋ ਗਿਆ ਸਾਰਾ ਗੱਲ ਖਤਮ ਹੋ ਗਈ ਉਹ ਜਨਾਨੀ ਨੂੰ ਆ ਕੇ ਨੇ ਧੱਕਾ ਮਾਰਿਆ ਸੁੱਟ ਦਿੱਤਾ ਇਹਨਾਂ ਦਾ ਘਰ ਭਾਜੀ ਇਹਦੇ ਮਗਰ ਕੋਈ ਨਹੀਂ ਨਾ ਅੱਗੇ ਨਾ ਪਿੱਛੇ ਗੱਲ ਬਣੀ ਕਿ ਜੇ ਲਵਲੇ ਭਾਈ ਇਕੱਲੇ ਗੱਲ ਕਰਦੇ ਨਾ ਗੱਲ ਕੁਛ ਹੋਰ ਸੀਗਾ ਅੱਜ ਉਹੀ ਤਾਏ ਚਾਚੇ ਜਦੋਂ ਇਹਨਾਂ ਦੇ ਮੁੰਡੇ ਨੂੰ ਕੁੱਟਿਆ ਉਹਨਾਂ ਨੇ ਵਿੱਚ ਪਏ ਬਸ ਆ ਗਿਆ ਮੈਂ ਅਸੀਂ ਕੀ ਜਾਣਾ ਆ ਤੇਰਾ ਜੋ ਕਹਿਣਾ ਜੋ ਕਹਿਤਾ ਉਹੀ ਹੋਊਗਾ ਨਾ ਮੇਰੇ ਵੀਰ ਮੇਰੀ ਇੱਕ ਗੱਲ ਸੁਣ ਮੇਰਾ ਭਰਾ ਖੜਾ ਮੈਂ ਬਸਤੀ 'ਚ ਕਿਤੇ ਆਵਾਂ ਮੈਂ ਪਹਿਲੇ ਫੋਨ ਕਰਦਾ ਮੈਂ ਉੱਥੇ ਜਾਣਾ ਉਹ ਗੱਲ ਤਾਂ ਨਿਬੜ ਗਈ ਆ ਉਹਨੂੰ ਗੱਲ ਨਹੀਂ ਬਣੀ ਬੰਦੇ ਨੇ ਮਾਰੇ ਉਹ ਗੱਲ ਭਾਜੀ ਮਾਤੜ ਬੰਦਿਆਂ ਦੇ ਮਗਰ ਇਹਨਾਂ ਨੇ ਚੜਨਾ ਮੈਨੂੰ ਪੁੱਛੇ ਲੱਗਾ ਕਿ ਮੰਦਰ ਬਣਾਈ ਤੇ ਮੈਂ ਚੱਲ ਕੋਈ ਤੁਹਾਡੇ ਤੇ ਮਨਾ ਲੈ ਕੇ ਦੌੜਦੇ ਨੇ ਲੈ ਕੇ ਜਿਹੜਾ ਬਸਤੀ ਸੀਟ ਦੇ ਵਿੱਚ ਵਿਵਾਦ ਹੋ ਰਿਹਾ ਗੱਲ ਜਿਹੜੀ ਹੈ ਕਿ ਲੱਖੇ
ਮੁੱਦਾ ਕੰਧ ਬਣਾਉਣ ਨੂੰ ਲੈ ਕੇ ਜਿਹੜਾ ਵਿਵਾਦ ਅਗਲੇ ਨੇ ਢਾਈ ਉਹੀ ਉਹਨਾਂ ਨੇ ਚੱਕ ਲਏ ਅੱਜ 40 ਸਾਲ ਬਾਅਦ ਕੰਧ ਢਾਈ ਤੇ 40 ਸਾਲ ਬਾਅਦ ਚੱਕੀ ਜਾਂਦੀ ਪਈ ਹੈ ਉਹ ਗਲਤ ਨੇ ਉਹਨਾਂ ਦੀ ਆਪਣੀ ਕੰਧ ਇਹ ਵਿੱਚ ਕੀ ਲੱਗਦੇ ਤਿੰਨ ਭਰਾ ਜਦੋਂ ਉਹਦਾ ਘਰ ਵਾਲਾ ਮਾੜਾ ਜਿਹਾ ਇੱਧਰ ਜਾਂਦਾ ਅੱਖਾਂ ਕੱਢ ਕੇ ਤੈਨੂੰ ਦੇਖ ਲਾਂਗੇ ਤੈਨੂੰ ਵੇਖ ਲਾਂਗੇ ਓਏ ਆ ਦੇਖ ਯਾਰ ਨਾਲੇ ਅੱਜ ਦੀ ਹੈਗੀ ਆ ਦੇਖੋ ਗਲਤ ਤਾਂ ਨਹੀਂ ਹੈਗਾ ਭਾਈ ਦੇਖੋ 1.5 ਮਰਲੇ ਥਾਂ ਵਾਲਾ ਧਿਆਨ ਨਾਲ ਨਾ ਡਿੱਗੇ ਗਰੀਬਾਂ ਦਾ ਸਾਥ ਦੇਣਾ ਤੇ ਜਿੰਨੋਂ ਜੇ ਇਹ ਕੰਮ ਨਾ ਹੋਵੇ ਤੇ ਬੰਦਾ ਕਵੇ ਕਿ ਭਾਈ ਇਹ ਕੰਧ ਇੱਥੇ ਨਹੀਂ ਹੈਗੀ ਅੱਛਾ ਜੀ ਉਹ ਕਾਲੇ ਕਾਲੇ ਜੀ ਫਿਰ ਇਹ ਰਹਿਣ ਦੇ ਕੋਈ ਬਾਅਦ ਚ ਕਰ ਲੈ ਕਹਿ ਕੇ ਜਾਣਾ ਬਾਤ ਲਾ ਲੈ ਹਾਂ ਨਾਲੇ ਅੱਜ ਦਾ ਜਦ ਨਵਾਂ ਬਣਾ ਲਗੇ ਨੇ ਕਹਿੰਦੇ ਨਹੀਂ ਜਾਣਾ ਮੈਂ ਲਾਣਾ ਹੀ ਨਹੀਂ ਫਿਰ ਉਹੀ ਭਰਾ ਸਾਰੇ ਜਿਹੜੇ ਤੁਹਾਡੇ ਫੈਸਲੇ ਦੇ 5 ਵਜੇ ਤੱਕ ਤੁਹਾਡੇ ਨਾਲ ਗਏ ਨੇ ਉਹਨਾਂ ਨੂੰ ਤੁਸੀਂ ਕਈਆਂ ਚੱਕ ਕੇ ਦਿਖਾਉਂਦੇ ਪਏ ਉਹਨਾਂ ਨੂੰ ਧੱਕੇ ਮਾਰਦੇ ਪਏ ਤੁਸੀਂ ਤਾਂ ਮਹੱਲੇ ਦੇ ਨਾਲ ਹੀ ਹੈ ਨਹੀਂ ਮਹੱਲੇ ਦੀ ਤਾਂ ਰਿਸਪੈਕਟ ਕਰੋ ਵੀ ਕੋਈ ਤੁਹਾਨੂੰ ਲੋੜ ਕਿਸੇ ਦੀ ਵੀ ਪੈ ਸਕਦੀ ਕਿਸੇ ਐਨੀ ਟਾਈਮ ਪੈ ਸਕਦੀ ਹੈ ਇੰਨੀਆਂ ਕੜੀਆਂ ਕਰਾ ਕੇ ਗੁਜ਼ਾਰੇ ਨਹੀਂ ਹੁੰਦੇ ਆ ਪੋ ਜਰਾ ਹੁਣ ਤੂੰ ਕਰ ਲਾਂਗੇ ਕਈ ਜਾ ਕੇ ਕਈ ਜਾ ਕੇ ਲਾਈਏ ਮੋਹ ਦੇ ਨਾਲ ਕੱਢ ਲੈਣਾ ਦਸਤਾ ਫਿਲਹਾਲ ਦੱਸਦੀ ਕਿ ਇੱਥੇ ਮੌਕੇ ਦੇ ਉੱਪਰ ਜਿਹੜੇ ਨੇ ਇਲਾਕੇ ਦੇ ਮੂਹਦਵਾਰ ਜਿਹੜੇ ਨੇ ਉਹ ਆਏ ਨੇ ਔਰ ਦੋਨੇ ਪਰਿਵਾਰਾਂ ਨੇ ਜਿਹੜੇ ਗੱਲਬਾਤ ਕਰ ਰਹੇ ਨੇ। ਸੋ ਗੱਲਬਾਤ ਦੇ ਰਾਹੀਂ ਇਸ ਜਿਹੜੀ ਸਾਰੀ ਧਮਕੀ ਦੇ ਰਹੇ ਕਿ ਸਾਡੇ ਕੋਲ ਪੇਪਰ ਆ ਸਾਡੇ ਕੋਲ ਪੇਪਰ ਆ ਜਦ ਕਿ ਇਹਨਾਂ ਕੋਲ ਪੇਪਰ ਹੈ ਹੀ ਨਹੀਂਗੇ। ਉਹ ਫੋਟੋ ਕਲਿੱਕ ਕਰਕੇ ਉਸੇ ਬਿਹਾਫ ਤੇ ਉਹਨੂੰ ਧਮਕਾ ਰਹੇ ਆ ਰੋਜ਼। ਸਵੇਰੇ ਤਿੰਨੋਂ ਭਰਾ ਆਏ ਆ ਇੱਥੇ ਕੋਈ ਵੀ ਨਹੀਂ ਰਹਿੰਦਾ ਮਤਲਬ ਇੱਕ ਭਰਾ ਨਾਲ ਮਕਸੂਦਾ ਰਹਿੰਦਾ ਵਾ ਉਹਨੇ ਆ ਕੇ ਬਦਤਮੀਜ਼ੀ ਕੀਤੀ ਹੈ ਜਦ ਕਿ ਇਹਨਾਂ ਤਿੰਨਾਂ ਭਰਾਵਾਂ ਦਾ ਆਪਸ 'ਚ ਵੀ ਇਸ਼ੂ ਚੱਲਦਾ ਪਿਆ। ਇਹਨਾਂ ਨੇ ਆ ਕੇ ਬੱਚਾ ਨਹੀਂ ਦੇਖਿਆ ਹੱਥ ਦੇ ਵਿੱਚ ਇਹਨਾਂ ਨੇ ਧੱਕਾ ਦਿੱਤਾ ਉਹਨੂੰ ਉੱਥੇ ਰੇਤਾ ਦੇ ਉੱਪਰ ਵਿੱਚ ਹੀ ਕੁੜੀਆਂ ਫਟਾਫਟ ਆਈਆਂ ਇੰਨਾ ਟੈਕਟ ਇਸ ਪਰਿਵਾਰ ਦੇ ਵਿੱਚ ਇੱਕ ਤਾਂ ਉਹਨੂੰ ਧੱਕਾਸ਼ਾਹੀ ਕਰਦੇ ਪਏ ਆ ਦੂਸਰਾ ਉਹਦੀ ਵੀਡੀਓ ਬਣਾਉਣ ਲੱਗੇ ਆ। ਸਾਰੇ ਪਰਿਵਾਰ ਨੇ ਬਹੁਤ ਹੀ ਬਦਤਮੀਜ਼ੀ ਕੀਤੀ ਪੂਰਾ ਮਹੱਲਾ ਮਤਲਬ ਸਾਰਾ ਇੱਕ ਸਾਈਡ ਸੀਗਾ ਸਾਰੇ ਮਹੱਲੇ ਕਹਿੰਦੇ ਪਏ ਸੀਗੇ ਕਿ ਤੁਸੀਂ ਗਲਤ ਹੈ ਕੁੜੀ ਨੇ ਗਲਤ ਕਰਦੇ ਪਏ ਆ। ਜੇ ਤੁਸੀਂ ਗਰੀਬ ਦਾ ਚੰਗਾ ਨਹੀਂ ਸੋਚ ਸਕਦੇ ਤੇ ਮਾੜਾ ਵੀ ਨਾ ਸੋਚੋ। ਪੁਰਾਣੀ ਕੰਧ ਜਿੱਥੇ ਅਗਲੇ ਨੇ ਕੰਧ ਆਪਣੀ ਤੋੜੀ ਆ ਉੱਥੇ ਹੀ ਅਗਲਾ ਆਪਣੀ ਖੜੀ ਕਰਦਾ ਪਿਆ ਵੇ ਝੂਠੀ ਵੀਡੀਓ ਔਰ ਮਹੱਲਾ ਇਸ ਗੱਲ ਦੇ ਨਾਲ ਸਾਰੇ ਹੈਗੇ ਆ। ਇਹਨਾਂ ਨੇ ਮਾਰ ਕੁਟਾਈ ਕੁੜੀ ਨਾਲ ਵੀ ਕੀਤੀ ਹੈ ਆ ਭਰਾ ਆਏ ਸੀਗੇ ਇਹਨਾਂ ਨੇ ਸ਼ੋਭਾ ਯਾਤਰਾ ਤੇ ਜਾਣਾ ਸੀ ਇਹਨਾਂ ਨਾਲ ਵੀ ਹੱਥੀ ਪਏ ਉਹ ਜਦ ਕਿ ਉਹ ਕੁੜੀ ਨੂੰ ਛੁਡਾਉਣ ਆਏ ਸੀਗੇ। ਛੋਟਾ ਬੱਚਾ ਰੇਤਾ ਡਿੱਗਿਆ ਪਿਆ ਛੋਟੇ ਬੱਚੇ ਨਕਸ਼ੇ ਵਿੱਚ ਵੀ ਦਿਖਾ ਰਹੇ ਸੀ ਨਾ ਕਿ ਜਿਹੜਾ ਕਿ ਉਹ ਪਾਸ ਹੈ ਕੰਧ ਜਿਹੜੀ ਬਣਾਉਣ ਲਈ ਨਕਸ਼ਾ ਪਾਸ ਹੋਇਆ ਉਹ ਦਿਖਾ ਦਿਓ ਥੋੜਾ ਜਿਹਾ। ਸਰ ਇਹ ਬਹੁਤ ਪੁਰਾਣਾ ਹੈ ਜੀ ਬਹੁਤ ਪੁਰਾਣਾ ਨਕਸ਼ਾ 40 ਸਾਲ ਪੁਰਾਣਾ ਜਦ ਕਿ ਇਹ ਬਸਤੀਆਂ ਦੇ ਵਿੱਚ ਜਿੰਨੇ ਮਕਾਨ ਹੈ ਇਹਨਾਂ ਦੀ ਕਿਸੇ ਦੀ ਕੋਈ ਪ੍ਰੋਪਰਟੀ ਨਹੀਂ ਉਹ ਮਤਲਬ ਰਜਿਸਟਰੀ ਨਹੀਂ ਹੁੰਦੀ ਜੀ ਬਟ ਇਹਨਾਂ ਨੇ ਇਹਨਾਂ ਦੀ ਮੰਮੀ ਤੋਂ ਚੋਰੀ ਲੈ ਕੇ ਇਹਨਾਂ ਨੇ ਫੋਟੋ ਕਲਿੱਕ ਕਰਕੇ ਰੱਖੀਆਂ ਔਰ ਅੱਜ ਉਹਨੂੰ ਹੀ ਟੌਰਚਰ ਕਰਦੇ ਪਏ ਆ ਔਰ ਇਹਨਾਂ ਦੀ ਮਦਰ ਐਕਸਪਾਇਰ ਹੈ ਔਰ ਮੈਂ ਇਸ ਮਹੱਲੇ ਦੇ ਵਿੱਚ ਹੋਣ ਦੇ ਨਾਤੇ ਜਦੋਂ ਲੜਾਈ ਝਗੜਾ ਆਇਆ ਉਦੋਂ ਕੌਣ ਸੀ ਘਰ ਵਿੱਚ ਨਾਲ ਉਹਨਾਂ ਦੇ? ਇਹ ਇਕੱਲੇ ਹੀ ਸੀਗੇ ਜੀ ਹਸਬੰਡ ਇਹਨਾਂ ਦਾ ਇੱਧਰ ਹੁੰਦਾ ਤਿੰਨੋਂ ਭਰਾ ਪੈ ਜਾਂਦੇ ਆ ਅੱਛਾ ਜੀ। ਜਨਾਨੀਆਂ ਹੀ ਜਿਹੜਾ ਉਹ ਅੱਖਾਂ ਕੱਢਦੇ ਆ, ਤੈਨੂੰ ਅਸੀਂ ਦੇਖ ਲਾਂਗੇ ਇੱਥੋਂ ਨਿਕਲ ਕੇ ਤੇ ਮਾਰਨ ਤੇ ਦੋ ਤਿੰਨ ਵਾਰੀ ਮੈਨੂੰ ਮਾਰਿਆ ਨਾ ਕੱਟ ਕੇ ਬਾਹਰ ਸੁੱਟਿਆ ਇਹਨਾਂ ਨੇ ਮੈਨੂੰ ਵਾਲਾ ਤੋਂ ਫੜ ਕੇ ਜੇ ਅੱਜ ਇਹ ਸਾਰੇ ਭਰਾ ਨਾ ਹੁੰਦੇ ਤੇ ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਬੱਚੇ ਨੂੰ ਚੱਕ ਕੇ ਸੁੱਟਦੇ ਪਏ ਆ ਮੇਰੇ ਮਗਰ ਟਿਕਰੇ ਪਿਆ ਸੀ ਤੇ ਇਹਨਾਂ ਕੀਤਾ ਕਿ ਦੁਬਾਰਾ ਆ ਕੇ ਦਿਖਾ ਦਿੰਦੇ ਇੱਥੇ ਮਿਸਤਰੀ ਨੂੰ ਰੋਕਿਆ ਮਿਸਤਰੀ ਇੱਕ ਕੁੱਟ ਕੇ ਭਜਾਤਾ ਇੱਕ ਮਿਸਤਰੀ ਇੱਥੋਂ ਭੱਜ ਗਿਆ। ਉੱਤੋਂ ਮੈਨੂੰ ਕਹਿੰਦੇ ਕੰਮ ਇੱਥੇ ਹੋ ਲੈਂਦੇ ਕਿ ਮਹਾਰਾਜ ਦੀ ਸ਼ੋਭਾ ਯਾਤਰਾ ਤੇ ਅਸੀਂ ਜਾਣਾ ਸੀ। ਮੈਂ ਪ੍ਰਧਾਨ ਜੀ ਨੂੰ ਲੈਣ ਵਾਸਤੇ ਪਹੁੰਚਿਆ ਕਿ ਭਾਜੀ ਆਓ ਚਲੀਏ ਆਪਾਂ ਜਾਣਾ। ਜਿੱਦਾਂ ਹੀ ਮੈਂ ਐਕਟਿਵਾ ਖਲਾਰੀ ਚੀਕ ਝਾੜਾ ਪਿਆ ਤੇ ਆ ਕੁੜੀ ਦਾ ਬੱਚਾ ਇਹ ਰੇਤਾ ਦੇ ਉੱਪਰ ਸੀ ਤੇ ਇਹ ਜਨਾਨੀ ਵਿਚਾਰੀ ਉੱਥੇ ਇੱਟਾਂ ਮਾਰਦੇ ਪਏ। ਜਦੋਂ ਇਹ ਕੁੜੀ ਨੂੰ ਫੜਿਆ ਤੇ ਸਾਰੇ ਇਕੱਠੇ ਹੋ ਕੇ ਮੈਨੂੰ ਪੈ ਗਏ। ਮੈਂ ਕਿਹਾ ਯਾਰ ਮੈਨੂੰ ਤੇ ਪਤਾ ਨਹੀਂ ਮਹੱਲੇ ਦੇ ਵਿੱਚ ਕੀ ਮਲਾ ਕੀ ਨਹੀਂ ਕੀ ਮੈਂ ਮਸੀ ਕੁੜੀ ਨੂੰ ਬਚਾਇਆ ਤੇ ਬੱਚੇ ਨੂੰ ਚੱਕਿਆ। ਬੱਚੇ ਦੇ ਮੂੰਹ 'ਚ ਇੰਨੀ ਰੇਤਾ ਦਾ ਟੁਕੜੇ ਅੰਦਰੋਂ ਕੱਢੇ ਇਹਨਾਂ ਦੇ। ਇਹੋ ਜਿਹਾ ਇਹਨਾਂ ਨੇ ਕੰਮ ਕੀਤਾ। ਤੈਨੂੰ ਬਾਅਦ ਚੋਂ ਦੇਖਾਂਗੇ ਹਈਆ ਦੀ ਕਦੀ ਧਮਕੀਆਂ ਦਿੰਦੇ ਕਿ ਸਾਰਾ ਟੱਬਰ ਜਨਾਨੀਆਂ ਵੀ ਵਿੱਚ ਹੀ ਤੇ ਬੰਦੇ ਵੀ ਵਿੱਚ ਹੀ ਲੜੇ ਹੋਏ ਸੋ ਤੁਹਾਨੂੰ ਦੱਸਦੀ ਕਿ ਤਸਵੀਰਾਂ ਬਸਤੀ ਸ਼ੇਖ ਦੀ ਜੈਰਥਾ ਮਹੱਲੇ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਜਿੱਥੇ ਕਿ ਵਿਵਾਦ ਜਿਹੜਾ ਹੈ ਦੀਵਾਰ ਨੂੰ ਲੈ ਕੇ ਉਹ ਲਗਾਤਾਰ ਕਿ ਔਰ ਜਿਹੜੀ ਕੰਧ ਸਾਹਮਣੇ ਤਸਵੀਰਾਂ ਵਿੱਚ ਤੁਸੀਂ ਸੋ ਦੇਖ ਸਕਦੇ ਹੋ ਇਹ ਕੰਧ ਹੈ ਜਿੱਥੇ ਕਿ ਜਿਸ ਕੰਧ ਨੂੰ ਲੈ ਕੇ ਜਿਹੜੀ ਹੈ ਵਿਵਾਦ ਹੈ। ਸੋ ਇਹ ਕੰਧ ਹੈ ਜਿੱਥੋਂ ਕਿ ਉਹਨਾਂ ਨੇ ਤੋੜੀ ਹੈ ਸੋ ਉੱਥੋਂ ਦੀ ਹੀ ਬੰਨੀ ਜਿਹੜੀ ਹੈ ਸ਼ੁਰੂ ਕਰ ਰਹੇ ਸੀ ਇਹ ਪਰਿਵਾਰ ਲੇਕਿਨ ਜਿਹੜੀ ਹੈ ਪੜੋਸੀ ਇਹਨਾਂ ਨੂੰ ਬਣਾਉਣ ਨਹੀਂ ਦਿੰਦੇ ਇਹਦੇ। ਅੱਜ ਉਹ ਕੰਧ ਜਿਹੜੀ ਖੜੀ ਕਰ ਰਹੇ ਸੀ ਉਹਦੇ ਦੌਰਾਨ ਸੋ ਜਿਹਦੇ ਕਰਕੇ ਜਿਹੜੀ ਹੈ ਇਹ ਸਾਰੀ ਜਿਹੜੀ ਹੈ ਮਾਮਲਾ ਸੋ ਇਹੀ ਉਹ ਪ੍ਰਾਪਰਟੀ ਇਸੇ ਹੀ ਪ੍ਰਾਪਰਟੀ ਦੇ ਕਰਕੇ ਇਹ ਸਾਰਾ ਵਿਵਾਦ ਜਿਹੜਾ ਹੈ ਉਹ ਛਿੜਿਆ। ਸ਼ਾਮ ਦੇ
ਅੰਦਰ ਕੁਛ ਨਹੀਂ ਸਾਰੀ ਹੋਣ ਕੁਛ ਨਹੀਂ ਸਾਰਾ ਮਾਲ ਅੰਦਰ ਆ ਗਿਆ ਸੋ ਪਹਿਲੇ 1.5 ਮਰਲੇ ਦਾ ਇੱਕ ਪਲਾਟ ਹੈ, ਮਕਾਨ ਹੈ ਜਿਹਨੂੰ ਬਣਾਇਆ ਜਾ ਰਿਹਾ, ਉਸ ਨੂੰ ਵੀ ਪੜੋਸੀ ਜਿਹੜੇ ਨੇ ਉਹ ਹੋਰ ਛੋਟਾ ਕਰਨ ਨੂੰ ਕਹਿ ਰਹੇ ਨੇ, ਜਦ ਕਿ ਉਹਨਾਂ ਦੀ ਆਪਣੀ ਜ਼ਮੀਨ ਹੈ, ਕਾਗਜ਼ਾਤ ਉਹਨਾਂ ਦੇ ਕੋਲ ਹੈ, ਨਕਸ਼ਾ ਉਹਨਾਂ ਦੇ ਕੋਲ ਹੈ, ਔਰ ਕੰਧ ਜਿੱਥੋਂ ਤੋੜੀ ਹੈ ਉੱਥੋਂ ਹੀ ਉਹ ਚੱਕ ਰਹੇ ਨੇ। ਸੋ ਤਸਵੀਰਾਂ ਤੁਹਾਡੇ ਨਾਲ ਜੈਰਥਾ ਮੁਹੱਲੇ ਦੀਆਂ ਸਾਂਝੀਆਂ ਕਰ ਰਹੇ ਹਾਂ, ਬਸਤੀ ਸ਼ੇਖ ਜੈਰਥਾ ਮੁਹੱਲੇ, ਜਿੱਥੇ ਕਿ ਇਹ ਜਿਹੜਾ ਵਿਵਾਦ ਹੈ ਉਹ ਛਿੜਿਆ ਹੋਇਆ, ਔਰ ਮੋਦਵਾਰ ਜਿਹੜੇ ਵਿਅਕਤੀ ਨੇ ਉਹ ਆਏ ਨੇ ਜੇ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ। ਸੋ ਜਿਹੜਾ ਦੂਸਰਾ ਪਰਿਵਾਰ ਹੈ ਜਿਨ੍ਹਾਂ ਦੇ ਉੱਪਰ ਆਰੋਪ ਲੱਗੇ ਨੇ ਇਹ ਸਾਰੀ ਮਾਰਪੀਟ ਦੇ, ਸੋ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਇਹ ਸਾਰੀ ਗੱਲਬਾਤ ਜਿਹੜੀ ਚੱਲ ਰਹੀ ਹੈ। ਸੋ ਫਿਲਹਾਲ ਦੱਸਦੀ ਕਿ ਪੁਲਿਸ ਨੂੰ ਫੋਨ ਕੀਤੇ ਹੋਏ 15 ਤੋਂ 20 ਮਿੰਟ ਹੋ ਚੁੱਕੇ ਨੇ, ਲੇਕਿਨ ਮੌਕੇ ਦੇ ਉੱਪਰ ਹਜੇ ਤੱਕ ਕੋਈ ਵੀ ਪੁਲਿਸ ਜਿਹੜਾ ਹੈ ਮੁਲਾਜ਼ਮ ਜਿਹੜਾ ਉਹ ਨਹੀਂ ਪਹੁੰਚਿਆ। ਸੋ ਜਿਹੜੇ ਮੁਹੱਲੇ ਦੇ ਪ੍ਰਧਾਨ ਨੇ ਉਹ ਵੀ ਜਿਹੜੇ ਨੇ ਧਮਕੀਆਂ ਦਿੱਤੀਆਂ ਜੀ, ਬਿਲਕੁਲ ਦਿੱਤੀਆਂ, ਤਿੰਨਾਂ ਭਰਾਵਾਂ ਨੇ ਦਿੱਤੀਆਂ, ਵਾਰੀ ਦਿੱਤੀਆਂ, ਅੱਖਾਂ ਕੱਢ ਕੇ ਦਿੱਤੀਆਂ ਕਿ ਤੈਨੂੰ ਦੇਖ ਲਾਂਗੇ ਕੱਲੀ ਨੂੰ। ਔਰ ਇਸ ਕੁੜੀ ਨੂੰ ਇਨਸਿਕਿਉਰਿਟੀ ਹੈ, ਕੱਲ ਨੂੰ ਅਗਰ ਇਹਨੂੰ ਕੁਝ ਹੋ ਜਾਂਦਾ ਇਹ ਤਿੰਨੋਂ ਭਰਾ ਜ਼ਿੰਮੇਵਾਰ ਨੇ। ਕੀ ਕਾਰਨ ਉਹਦੀ ਇੱਜ਼ਤ ਤੇ ਹੱਥ ਪਾਇਆ ਇਹਨਾਂ ਨੇ। ਛੱਡ ਦੋ ਇੱਥੋਂ ਜਾਂ ਕੀ ਕਹਿੰਦੇ। ਸਾਡਾ ਹੀ ਮਕਾਨ ਹੈਗਾ ਸੀਗਾ, ਇਹ ਪੁਰਾਣਾ ਸੀਗਾ, 40 ਸਾਲ ਹੋ ਗਏ ਸੀ, ਬਣਾਇਆ ਨਹੀਂ ਸੀਗਾ। ਹੁਣ ਮੈਂ ਢਾਇਆ ਵਾ, ਉਹ ਕੰਧ ਜਿੱਥੋਂ ਨਿਕਲਦੀ ਵੀ ਕਹਿੰਦੇ ਇਹ ਕੰਧ ਸਾਡੀ ਆਉਂਦੀ ਪਈ ਆ, ਤੂੰ ਆਪਣੀ ਵੱਖਰੀ ਅੰਦਰੋਂ ਕੰਧ ਚੱਕ। ਅੰਦਰੋਂ ਕਿੱਦਾਂ ਮੈਂ ਕੰਧ ਚੱਕੂੰਗੀ, ਜਿਹੜੀ ਸਾਡੀ ਮੈਂ ਤੇ ਉਹੀ ਉਹਦੇ ਤੇ ਬਣਾਉਂਗੀ ਨਾ, ਜਿਹੜੀ ਇੱਟ ਤੇ ਟੱਕੀ ਆਪਾਂ। ਮੈਨੂੰ ਕਹਿੰਦੇ ਵੀ ਤੂੰ ਇਹ ਸੀਰੀ ਬਣਾਉਣਾ, ਉੱਥੋਂ ਕੰਧ ਚੱਕ ਆਪਣੀ ਉਹ ਵਾਲੀ ਤੇ ਨੁੱਕਰ ਤੋਂ, ਇਹ ਸਾਡੀ ਜਗ੍ਹਾ ਹੈਗੀ ਹੈ, ਸਾਡੀ ਜਗ੍ਹਾ ਛਾਂਦੀ ਪਈ ਹੈ। 3 ਵਾਰੀ ਸੇਰ ਦੀ ਮੈਂ 7 ਵਜੇ ਖਬਰ ਲੱਗੀ ਇਹਨਾਂ ਨੇ, 3 ਵਾਰੀ ਇਹਨਾਂ ਨੇ ਪਹਿਲੀ ਚਲਾਣੀ ਹੈ, 2 ਦਿਨ ਚਪੇੜਾ ਮਾਰੇ, ਮਾਂ ਫੜ ਕੇ ਤੂੰ ਸਿੱਧੀ ਤਰ੍ਹਾਂ ਗਲਤੀ ਕਿਉਂ ਤੈਨੂੰ ਗੱਲ ਕੀ ਹੈ, ਤੂੰ ਕਿਹਨੂੰ ਵਿੱਚ ਪਾਇਆ ਕਰਕੇ ਦਿਖਾ ਸਾਨੂੰ ਕੀ ਕਰਦੀ ਹੈ ਤੂੰ। ਅੰਦਰ ਫਿਰ ਨਾ ਟੈਂਦੀ ਪਾ ਕੇ ਅਗਲੇ ਨੂੰ ਕਹਿੰਦੇ 5 ਲੱਖ ਲਓ ਤੇ ਛੱਡ ਦੋ। ਮੈਨੂੰ ਕਹਿੰਦੇ ਕੀ ਗੱਲ ਹੋਈ ਸੀ, 5 ਲੱਖ ਰੁਪਇਆ ਲੈ। ਹੁਣ ਮੈਡਮ ਨੂੰ ਕੱਲਿਆਂ ਨੂੰ ਅੰਦਰ ਬੁਲਾ ਕੇ ਬਹੁਤ ਦੇਰ ਤੋਂ ਕਹਿ ਰਹੇ ਜੇ 5 ਲੱਖ ਲੈ ਤੇ ਇਹ ਛੱਡ ਦੇ। ਅਗਲੀ ਕਿਉਂ ਛੱਡੇ, ਅਗਲੀ ਆਪਣੀ ਮਾਂ ਦੀ ਪ੍ਰਾਪਰਟੀ ਦੇ ਵਿੱਚ ਰਹਿ ਰਹੀ ਹੈ, ਕਿਸੇ ਦੇ ਘਰ ਤੋਂ ਨਾ ਰਹਿ ਰਹੀ ਹੈ। ਬਟ ਅਸੀਂ ਜੇ ਇਦਾਂ ਗਰੀਬ ਕਿਸੇ ਦੇ ਨਾਲ ਕੁਝ ਹੋਏਗਾ, ਅਸੀਂ ਪੂਰਾ ਮਹੱਲਾ ਵਾਸੀ ਜਿੰਨੇ ਵੀ ਅਸੀਂ ਹੈਗੇ ਆ ਸਾਰੇ ਅਸੀਂ ਗਰੀਬ ਦੇ ਨਾਲ ਆ, ਕਿਸੇ ਨਾਲ ਅਸੀਂ ਗਲਤ ਨਹੀਂ ਹੋਣ ਦੇ ਸਕਦੇ। ਸਾਰੇ ਖਲੋਤੇ ਸੀ, ਉਹਨਾਂ ਨੇ ਫਿਰ ਕਿਹਾ ਕਹਿੰਦੇ ਨਜਾਇਜ਼ ਕਰਦੇ ਪਏ, ਉਹਦਾ ਬੱਚੇ ਨੂੰ ਸਿੱਖਣਾ ਤਾਂ ਜਦ ਕਿ ਤਿੰਨਾਂ ਭਰਾਵਾਂ ਦੀ ਆਪਸ ਦੇ ਵਿੱਚ 5 ਨੰਬਰ ਥਾਣੇ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਕੰਪਲੇਂਟ ਹੈ, ਔਰ ਅੱਜ ਇਹ ਕਿੱਦਾਂ ਇਕੱਠੇ ਹੋ ਕੇ ਇੱਕ ਲੇਡੀ ਨੂੰ ਇਹਨਾਂ ਨੇ ਵਾਰ ਕੀਤਾ। ਤਿੰਨਾਂ ਦੀ ਆਪਸ ਚ ਬੰਦੀ ਨਹੀਂ ਹੈਗੀ। ਜੇ ਤੁਹਾਡੀ ਇੰਨੀ ਬੌਂਡਿੰਗ ਹੈ ਫਿਰ ਤੁਸੀਂ ਗਲੀ ਦੇ ਮੋਹਤਵਾਰ ਬੰਦਿਆਂ ਨੂੰ ਬਿਠਾ ਕੇ ਆਪਣੇ ਫੈਸਲੇ ਕਿਉਂ ਕਰਵਾਉਂਦੇ ਹੋ? ਜੇ ਤੁਹਾਡੀ ਤਿੰਨਾਂ ਦੀ ਆਪਸੀ ਬੌਂਡਿੰਗ ਹੈ, ਤੁਸੀਂ ਪੁਲਿਸ ਨੂੰ ਵੀ ਬੇਵਕੂਫ ਬਣਾਉਂਦੇ ਹੋ, ਮਹੱਲੇ ਦੇ ਲੋਕਾਂ ਨੂੰ ਵੀ ਬੇਵਕੂਫ ਬਣਾਉਂਦੇ ਹੋ। ਬੱਚੇ ਦੇ ਦਰਦ ਨਹੀਂ ਆਇਆ, 200 ਬੱਚਾ ਚੱਕ ਕੇ ਉੱਥੇ ਢੇਰ ਤੇ ਮਾਰਿਆ। 3 ਦਿਨ ਹੋ ਗਏ ਇਹਨਾਂ ਨੇ ਪਰੇਸ਼ਾਨ ਕੀਤਾ ਤਾਂ ਮੈਨੂੰ, ਕਦੀ ਕੋਈ ਆ ਕੇ ਕਹਿੰਦਾ, ਕਦੀ ਕੋਈ ਆ ਕੇ ਕਹਿੰਦਾ, ਆ ਕੇ ਦਿਖਾਇਆ ਇੱਥੇ ਇਸ ਏਰੀਏ 'ਚ ਆ ਕੇ ਦਿਖਾਇਆ ਤੇ ਕਦੀ ਪੋਸਟ ਮਿਸਰੀਆਂ ਨੂੰ ਮਿੰਟ ਬਾਅਦ ਭੇਜ ਦਿੰਦੇ ਨੇ ਘਰ। ਤੁਸੀਂ ਕਿਉਂ ਕਿੱਦਾਂ ਕੀ ਕਰਨ ਲੱਗੇ, ਚਲੋ ਦੌੜੋ ਇੱਥੋਂ, ਇੱਥੇ ਨਹੀਂ ਪਤਾ। ਮੈਂ ਦੌੜਦੀ ਉੱਧਰ ਨੂੰ, ਇਹ ਚੌਥੀ ਵਾਰੀ ਮੁੜ ਕੇ ਇਹਨਾਂ ਨੇ ਇੱਟਾਂ ਕਹਿੰਦੇ ਇੱਥੇ ਵੜਨਾ ਨਹੀਂ, ਉੱਧਰਲੇ ਪਾਸੇ ਅਸੀਂ ਅਬ ਸਾਡੀ ਜਗ੍ਹਾ ਤੇ ਆ ਰਹੀ ਹੈ, ਪਿੱਛੇ ਇੱਟਾਂ ਮਾਰੀਆਂ ਨੇ। ਫਿਲਹਾਲ ਦੱਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਜਿਹੜੀ ਗੱਲਬਾਤ ਹੈ ਕਿ 5 ਲੱਖ ਦੀ ਜਿਹੜੀ ਹੈ ਦੇਣਾ ਤੇ ਨਹੀਂ ਦੇਣਾ ਪੈਸੇ ਚੱਲੀਏ। ਸੋ ਫਿਲਹਾਲ ਦੱਸਦੀ ਕਿ ਜਿਹੜੇ ਮੋਦਵਾਰ ਬੰਦੇ ਆਏ ਸੀ ਉਹਨਾਂ ਨਾਲ ਜੀ ਗੱਲਬਾਤ ਕੀਤੀ। ਉਹਨਾਂ ਨਾਲ ਗੱਲ ਕਰਨ ਕੀ ਗੱਲ ਹੋਈ? ਕੁਛ ਨਹੀਂ, ਠੀਕ ਆ, ਹੁਣ ਆਪਸੀ ਸਹਿਮਤ ਕਰਨੇ ਪੈਣੇ, ਬਿਠਾ ਕੇ ਦੋਨਾਂ ਧਿਰਾਂ ਦੀ ਬਿਠਾ ਕੇ ਦੋਨਾਂ ਦੀ ਗੱਲ ਕਰਾ ਦਾਂਗੇ। ਕੀ ਕਹਿ ਕੀ ਰਹੇ ਹੋ? ਉਹ ਵੀ ਆਪਣੀ ਬਾਈ ਦਿਹਾੜੇ ਪੈ ਗਈ, ਹਾਂ ਅਸੀਂ ਇੱਦਾਂ ਹੀ ਹਾਂ ਕਿ ਸਾਡੀ ਹਿੱਸੇ ਰਜਿਸਟਰੀ 'ਚ ਲਿਖਿਆ ਪਿਆ ਜੋ ਵੀ ਹੈ ਕਿ ਸਾਡੀ ਰਜਿਸਟਰੀ ਦਾ ਸਭ ਕੁਛ ਹੈ। ਇਹਨਾਂ ਕੋਲ ਵੀ ਕਾਗਜ਼ ਪੂਰੇ ਹੈਗੇ, ਉਹਨਾਂ ਕੋਲ ਕੰਪਲੀਟ ਆ। ਹੁਣ ਇੱਕ ਤੇ ਕੋਈ ਗੱਲ ਕਰਦੇ ਹੁਣੀ ਫੋਟੋਜ਼ ਹੈਗੀਆਂ, ਫੋਟੋ ਦੇ ਵਿੱਚ ਫੋਟੋਜ਼ ਖਿੱਚੀਆਂ ਹੋਈਆਂ, ਇਹ ਸਾਡੇ ਕੋਲ ਓਰੀਜਨਲ ਪੇਪਰ ਹੈ। ਧੱਕਾ ਨਹੀਂ ਕਰਨਾ, ਜੋ ਵੀ ਰੀਅਲ ਸੱਚ ਹੋਊਗਾ ਉਹਦੇ ਸਾਥ ਚੱਲਾਂਗੇ ਇਕੱਠੇ। ਇਹ ਵੀ ਨਹੀਂ ਲੜੂਗੇ, ਆਪਾਂ ਲੜਨ ਵਾਲੇ ਤਾਂ ਕੋਈ ਵੀ ਨਹੀਂ ਹੈਗਾ। ਗੱਲ ਕਰਾਂਗੇ ਬੈਠ ਕੇ ਇਹਨਾਂ ਨਾਲ, ਠੀਕ ਹੈ ਨਾ, ਸ਼ਾਮ ਤੱਕ ਆਪਾਂ ਨੇ ਕਰ ਦੇਣਾ। ਬਾਕੀ ਕੰਨ ਦਰਦੀ ਹੋਏਗੀ, ਕੰਨ ਆਲਮੋਸਟ ਹੋ ਗਈ ਹੈ ਜੀ। ਦੇਖੋ ਜਿਨ੍ਹਾਂ ਦਾ ਜੋ ਰਾਈਟ ਹੈ ਅਸੀਂ ਉੱਥੇ ਹੀ ਉਹੀ ਚੀਜ਼ ਕਰਦੇ ਪਏ ਹਾਂ। ਗਲੀ ਪੂਰੀ ਨਾਲ ਹੈ, ਗਰੀਬ ਦੇ ਅਸੀਂ ਨਾਲ ਹਾਂ। ਅਗਰ ਉਹਨਾਂ ਨੂੰ ਪ੍ਰੋਬਲਮ, ਅਸੀਂ ਪੂਰਾ ਮਹੱਲਾ ਨਾਲ ਹਾਂ। ਅੱਜ ਇਹਨਾਂ ਨੂੰ ਹੋ ਰਿਹਾ, ਕੱਲ੍ਹ ਨੂੰ ਕਿਸੇ ਹੋਰ ਨਾਲ ਹੋਏਗਾ, ਤਬ ਵੀ ਅਸੀਂ ਪੂਰੇ ਮਹੱਲੇ ਵਾਲੇ ਇੱਦਾਂ ਹੀ ਸਟੈਂਡ ਲਵਾਂਗੇ ਜਿੱਦਾਂ ਉਹਨਾਂ ਨੇ ਕੀਤਾ। ਜੇ ਆਪਾਂ ਕੰਧ ਖੜੀ ਕਰ ਵੀ ਦਿੰਦੇ, ਜੇ ਵੱਧਰੇ ਕਰਦੇ ਹੁਣ ਇਹਨਾਂ ਨੂੰ ਥੋੜਾ ਬੈਨੀਫਿਟ ਆ। ਜੇ ਅਸੀਂ ਕੰਧ ਪਿੱਛੇ ਕਰ ਦਿੰਦੇ, ਮਕਾਨ ਦੀ ਜਗ੍ਹਾ ਨਹੀਂ ਬਚਣੀ ਤੁਹਾਡੇ। ਜਗ੍ਹਾ ਹੈ ਕਿਹੜੀ? ਹਾਂ ਹੈ ਕਿਹੜੀ, ਮੈਂ ਸਮਝਾ ਚੁੱਕਿਆ। ਥੋੜਾ ਬੰਦੇ ਨੂੰ ਅੰਡਰਸਟੂਡ ਕਰਨਾ ਚਾਹੀਦਾ ਹੈ। ਇੱਕ ਤਾਂ ਗਰੀਬ ਉਹਦੀ ਇੰਨੀ
ਕਰੀ ਕਹਿੰਦੇ ਜਗ੍ਹਾ ਲੈ ਕੇ ਤੁਹਾਡੀ ਜਗ੍ਹਾ ਨਾਲ ਕੀ ਬਣ ਜਾਣਾ? ਕਦੀ ਕਿਤੋਂ ਕੱਢੀ ਜਾਂਦੇ ਕਦੀ ਕਿਤੋਂ ਕੱਢੀ ਜਾਂਦੇ ਪਏ 40 ਸਾਲ ਹੋ ਚੱਲੇ ਬਣੇ ਨੂੰ ਮਕਾਨ ਅਸੀਂ ਉੱਤੇ ਹੀ ਕਰਦੇ ਪਏ ਜੋ 40 ਸਾਲਾਂ ਮਕਾਨ ਨੂੰ ਬਣਿਆ ਹੋਇਆ ਆਪਾਂ ਨਵਾਂ ਨੇ ਕੁਛ ਕੀਤਾ ਨਹੀਂ ਹੈਗਾ ਨਵਾਂ ਚੱਕਿਆ ਨਹੀਂ ਕੁਛ ਵੀ ਪੁਰਾਣੇ ਦੇ ਤੇ ਪੁਰਾਣਾ ਹੀ ਹੈਗਾ ਪੁਰਾਣੇ ਤੇ ਇਹੀ ਸਭ ਕੁਝ ਨਵਾਂ ਬਿਲਕੁਲ ਜਿਹੜੀ ਦੂਸਰੀ ਪਾਰਟੀ ਵੱਲੋਂ ਲਗਾਤਾਰ ਇਹ ਕਹਿਣਾ ਕਿ ਸਾਡੇ ਕੋਲ ਡਾਕੂਮੈਂਟ ਨੇ ਸਾਡੀ ਡਾਕੂਮੈਂਟ ਦੇ ਹਿਸਾਬ ਨਾਲ ਜੋ ਜਗ੍ਹਾ ਬਣਦੀ ਹੈ ਉਹ ਅਸੀਂ ਨਹੀਂ ਛੱਡਾਂਗੇ। ਸੋ ਜਿਹੜੀ ਲਗਾਤਾਰ ਇਹ ਵਿਵਾਦ ਜਿਹੜਾ ਹੈ ਫਿਲਹਾਲ ਜਿਹੜੇ ਮੂੰਹਦਵਾਰ ਬੰਦੇ ਮੌਕੇ ਦੇ ਉੱਪਰ ਆਏ ਸੀ ਜੋ ਅੰਦਰ ਗਏ ਆ ਦੂਸਰੇ ਪਰਿਵਾਰ ਨਾਲ ਗੱਲ ਕਰਨ ਉਹਨਾਂ ਦਾ ਕਹਿਣਾ ਹੈ ਕਿ 1-2 ਦਿਨ ਤੱਕ ਬੈਠਾਂਗੇ ਸਾਰੇ ਔਰ ਬੈਠ ਕੇ ਇਸ ਵਿਵਾਦ ਨੂੰ ਜਿਹੜਾ ਸੁਲਝਾ ਲਿਆ ਜਾਏਗਾ ਦੋਨੇ ਪਾਰਟੀਆਂ ਦੇ ਵਿੱਚ ਸਹਿਮਤੀ ਬਣਾ ਦਿੱਤੀ ਜਾਏਗੀ। ਸੋ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜਿਹੜੇ ਇਸ ਮਾਮਲੇ ਦੇ ਉੱਪਰ ਜਿਹੜੀ ਇਹ ਪੁਲਿਸ ਅਜੇ ਤੱਕ ਨਹੀਂ ਪਹੁੰਚੀ ਹੈ। ਵਿਵਾਦ ਜਿਹੜਾ ਹੋਇਆ ਇਸ ਤੱਕ ਅਜੇ ਤੱਕ ਪੁਲਿਸ ਨਹੀਂ ਮੌਕੇ 'ਤੇ ਆਈ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹ ਦੋਨੇ ਪਾਰਟੀਆਂ ਦੇ ਨਾਲ ਸਹਿਮਤੀ ਬਣਾਉਣ ਵਾਸਤੇ ਮੂੰਹਦਵਾਰ ਬੰਦੇ ਦਾ ਕਹਿਣਾ ਹੈ ਕਿ 1-2 ਦਿਨ ਤੱਕ ਜਿਹੜੀ ਬਿਠਾ ਕੇ ਦੋਨੇ ਪਾਰਟੀਆਂ ਦੀ ਗੱਲਬਾਤ ਕਰਾਤੀ ਜਾਏਗੀ ਔਰ ਸਾਰਾ ਮਸਲਾ ਜਿਹੜਾ ਹੈ ਹੱਲ ਕਰਾਤਾ ਜਾਏਗਾ। ਸੋ ਇਹਨਾਂ ਤਸਵੀਰਾਂ ਦੇ ਨਾਲ ਤੁਹਾਡੇ ਕੋਲ ਵਿਦਾ ਲਵਾਂਗੇ ਨਵੀਂ ਅਪਡੇਟ ਦੇ ਨਾਲ ਦੁਬਾਰਾ ਤੋਂ ਲਾਈਵ ਹੋਵਾਂਗੇ। ਦੇਖਦੇ ਰਹੋ ਜਲੰਧਰ ਟਾਈਮਸ TV। ਧੰਨਵਾਦ।